ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਦਸ ਮਹਾ ਰੁੱਤੀ ਥਿਤੀ ਵਾਰ ਭਲੇ ਘੜੀ ਮੂਹਤ ਪਲ ਸਾਚੇ ਆਏ ਸਹਿਜ ਮਿਲੇ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਪੁਲਹੇਰੀ ਰੁੱਤ ਮਹਾਂ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸੁਦਾਨ ਕਿਰਪਾ ਕਰੋ ਹਰੇ ਸਤਿਨਾਮ ਵਾਹਿਗੁਰੂ ਸਾਹਿਬ ਜੀਓ 12 ਮਹਾ ਮਾਂਝ ਮਹਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆਂ ਮੰਗਲ ਗਾਵਹੀਂ ਗੀਤ ਗੋਵਿੰਦ ਆਲਾਏ ਹਰ ਜਿਹਾ ਅਵਰ ਨ ਦਿਸਈ ਕੋਈ ਦੂਜਾ ਲਵੈ ਨ ਲਾਏ ਹਲਤ ਪਲਤ ਸਵਾਰਿਓਨ ਨਿਹਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰੱਖੀਅਨ ਬਹੁੜ ਨ ਜਨਮੈ ਤਹਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸਚ ਖਰੇ ਸਰਬ ਸੁਖਾਂ ਨਿਧ ਚਰਨ ਹਰ ਪਹੁਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹਿ ਜਰੇ ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ ਮਹਾਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸੁਦਾਨ ਕਿਰਪਾ ਕਰੋ ਹਰੇ ਨਾਨਕ ਮੰਗੈ ਦਰਸੁਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼ ਸ਼ਾਮ ਸਮੇਂ ਦਾ ਦੀਵਾਨ ਚੱਲ ਰਿਹਾ ਹੈ ਅਸੀਂ ਵਰਚੁਅਲ ਫੈਸਿਲਿਟੀ ਰਾਹੀਂ ਘਰਾਂ ਥਾਵਾਂ ਤੋਂ
ਗੁਰ ਸ਼ਬਦ ਦੇ ਨਾਲ ਆਪਣੇ ਆਪ ਨੂੰ ਸਰਸ਼ਾਰ ਕਰ ਪਾ ਰਹੇ ਹਾਂ, ਵਡਭਾਗੀ ਹਾਂ। ਜਿਵੇਂ ਕਿ ਆਪ ਨੇ ਗੁਰਬਾਣੀ ਵਿਆਖਿਆਨ ਗੋਚਰੇ ਮਾਝ ਰਾਗ ਦੀ ਰਚਨਾ 12 ਮਾਹ ਵਿੱਚੋਂ ਅਖੀਰਲੇ 2 ਪਦਿਆਂ ਦਾ ਪਾਠ ਸਰਵਨ ਕੀਤਾ ਹੈ। ਦੇਸੀ ਮਹੀਨਿਆਂ ਦੀ ਮੰਨ ਮੁਤਾਬਕ ਅੱਜ ਤੋਂ ਫੱਗਣ ਅਸੀਂ ਆਮ ਪੰਜਾਬੀ 'ਚ ਕਹਿ ਦਿੰਦੇ ਹਾਂ, ਪਰ ਗੁਰਬਾਣੀ ਦੇ ਸਿਰਨਾਵਾਂ ਫਲਗੁਣ ਆਉਂਦਾ ਹੈ। ਸੋ ਫਲਗੁਣ ਜਾਂ ਫੱਗਣ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਹੈ। ਸਾਡੀ ਰਵਾਇਤ ਦੇ ਮੁਤਾਬਕ ਜਦੋਂ ਦੇਸੀ ਮਹੀਨਾ ਪ੍ਰਾਰੰਭ ਹੁੰਦਾ, ਅਸੀਂ ਗੁਰਬਾਣੀ ਸੰਦੇਸ਼ ਵਿੱਚੋਂ ਖਾਸ ਕਰਕੇ ਮਾਝ ਰਾਗ ਦੇ ਜੋ ਇਹ 12 ਮਾਹ ਰਚਨਾ ਦੇ ਪਦੇ ਨੇ ਪੜ੍ਹਦੇ, ਸੁਣਦੇ, ਗਾਉਂਦੇ ਆ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਵਿੱਚ। ਸੋ ਉਸੇ ਰਿਵਾਇਤ ਨੂੰ ਫੋਲੋ ਕਰਦਿਆਂ ਹੋਇਆ ਪਾਵਨ ਪਦਾ ਆਪ ਜੀ ਨੇ ਸਰਵਨ ਕੀਤਾ ਹੈ। ਈਵਨ ਇਹ ਕਹਿਣਾ ਚਾਹੀਦਾ 2 ਪਦਿਆਂ ਦਾ ਪਾਠ ਸਰਵਨ ਕੀਤਾ ਹੈ, ਕਿਉਂਕਿ ਸਮੁੱਚੀ ਰਚਨਾ ਜੋ 12 ਮਾਹ ਹੈ, ਇਹਦੇ 'ਚ ਸਿਰਨਾਵੇਂ ਦੇ ਵਿੱਚ 12 ਜ਼ਰੂਰ ਆ ਰਿਹਾ, 12 ਹੈ, 12 10 ਜਮਾ 2, ਪਰ ਇਹਦੇ ਪਦੇ 12 ਨਹੀਂ, ਪਦੇ 14 ਨੇ। ਮਹੀਨੇ ਜ਼ਰੂਰ 12 ਨੇ, ਕਿਉਂਕਿ ਮਹੀਨਿਆਂ ਦੇ ਸਿਰਨਾਵਿਆਂ ਨਾਲ ਹੈ ਪਾਠ, 12 ਦੇ 12 ਸਿਰਨਾਵੇਂ ਆਉਂਦੇ ਨੇ, ਪਰ 2 ਐਕਸਟਰਾ ਪਦੇ ਇਹਦੇ ਵਿੱਚ ਨੇ। ਇੱਕ ਇੰਟਰੋਡਕਟਰੀ ਉਪਮੇ, ਇੱਕ ਲਾਸਟ ਉਪਸਹਾਰ ਕਨਕਲੂਜਨ ਦਾ। ਸੋ ਵੈਸੇ ਤਾਂ ਅਸੀਂ ਮਹੀਨਿਆਂ ਦੇ ਪਦਿਆਂ ਨੂੰ ਪੜ੍ਹਦੇ ਹਾਂ ਅਤੇ ਵਿਚਾਰਦੇ ਹਾਂ, ਪਰ ਕਿਉਂਕਿ ਫਿਰ ਇਹ 2 ਪਦੇ ਇਹ ਫਿਰ ਬਿਲਕੁਲ ਹੀ ਜਿਸ ਤਰੀਕੇ ਨਾਲ ਕਿਹਾ ਜਾਏ ਕਿ ਬੇਧਿਆਨੇ ਰਹਿ ਜਾਣਗੇ। ਸੋ ਯਤਨ ਇਹ ਹੁੰਦਾ ਹੈ ਕਿ ਜਿਵੇਂ ਅੱਗੇ ਜਾ ਕੇ ਜੋ ਚੇਤ ਪ੍ਰਾਰੰਭ ਹੋਣਾ, ਉਦੋਂ ਅਸੀਂ ਪਹਿਲੇ ਪਦੇ ਨੂੰ ਨਾਲ ਪੜ੍ਹਾਂਗੇ। ਜਦੋਂ ਫਲਗੁਣ ਦਾ ਅਸੀਂ ਪਾਠ ਪੜ੍ਹਦੇ ਹਾਂ ਅਤੇ ਫਿਰ ਅਖੀਰਲੇ ਪਦੇ ਨੂੰ ਨਾਲ ਉਹਦੇ ਨਾਲ ਇਨਕੋਰਪੋਰੇਟ ਕਰਦੇ ਹੈਗੇ ਆ। ਸੋ ਪਾਠ ਰੂਪ ਆਪ ਨੇ ਸਰਵਨ ਕਰ ਲਿਆ ਹੈ। 2 ਪਦੇ ਨੇ, ਸਮਾਂ ਵੀ ਸੀਮਤ ਹੋਏਗਾ। ਵਿਚਾਰ ਸਿੱਧੀ ਪਦਿਆਂ 'ਤੇ ਕਰਦੇ ਹਾਂ, ਅਦਰਵਾਈਜ਼ ਮੈਂ 12 ਮਾਹ ਰਚਨਾ ਦੇ ਇੰਟਰੋਡਕਸ਼ਨ 'ਤੇ ਉਹਦੇ ਬਾਬਤ ਕਾਫੀ ਡਿਟੇਲ ਬਾਤ ਹੁੰਦੀ ਹੈ। ਸਾਹਿਬ ਜੋ ਜ਼ਿਕਰ ਕਰ ਰਹੇ ਨੇ, ਬਚਨ ਹੈ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਫਲਗੁਣ ਵੈਸੇ ਤਾਂ ਇੱਕ ਸ਼ਬਦ ਆ, ਪਰ ਜੇ ਇਸ ਨੂੰ ਅਸੀਂ ਇਹਦੇ ਰੂਟਸ ਤੋਂ ਫੜ ਕੇ ਅਤੇ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਬੜੇ ਡਿਟੇਲਡ ਵੇ ਨਾਲ ਅੰਡਰਸਟੈਂਡ ਕਰਦੇ ਹਾਂ, ਫਿਰ ਇਹਦੇ 2 ਸਮਾਸ ਬਣਦੇ ਨੇ, ਫਲ ਪਲੱਸ ਗੁਣ। ਦੋਨੋਂ ਇੱਕ ਦੂਜੇ ਦੇ ਸਿਨੋਨਿਮ ਨੇ, ਪੂਰਕ ਨੇ, ਪਰਾਇਵਾਚੀ ਨੇ। ਪੰਜਾਬੀ ਜ਼ਬਾਨ ਦੇ ਵਿੱਚ ਜਿਸ ਚੀਜ਼ ਦਾ ਬਿਲਕੁਲ ਅਸੀਂ ਸਿੱਟਾ ਕੱਢਣਾ ਹੋਵੇ, ਅਸੀਂ ਕਹਿੰਦੇ ਹਾਂ ਇਹਦਾ ਫਲ ਆ ਨਿਕਲਿਆ। ਤੁਸੀਂ ਹਿਸਾਬ ਜਦੋਂ ਮੈਥਮੈਟਿਕਸ ਨੂੰ ਲਰਨ ਕੀਤਾ ਹੋਏ ਜਾਂ ਮੈਥ ਦੇ ਕਦੀ ਕੁਐਸਚਨਸ ਕੀਤੇ ਹੋਣ, ਤੁਸੀਂ ਅਕਸਰ ਸਾਰਾ ਹਿਸਾਬ ਕਿਤਾਬ ਕਰਕੇ ਤੇ ਅਖੀਰ 'ਚ ਕਹਿੰਦੇ ਇਹਦਾ ਫਲ ਆ ਹੈ, ਮਤਲਬ ਨਿਰਣਾ, ਰਿਜ਼ਲਟ। ਗੁਣ ਵੀ ਐਗਜ਼ੈਕਟਲੀ ਇਸੇ ਤਰੀਕੇ ਨਾਲ ਯੂਜ਼ ਹੁੰਦਾ ਆ। ਇਸ ਸਾਰੀ ਗੱਲ ਦਾ ਸਾਰ ਤੱਤ ਜਾਂ ਗੁਣ ਆ ਹੈ ਜੀ, ਨਿਰਣਾ, ਸਿੱਟਾ। ਸੋ ਜਦੋਂ ਅਸੀਂ ਦੇਖੀਏ ਜਿਹੜੀ ਰਚਨਾ 12 ਮਾਹ ਹੈ, ਇਹਦੇ ਮਹੀਨਿਆਂ ਦਾ ਸਿਰਨਾਵਾ ਪ੍ਰਾਰੰਭ ਹੋ ਰਿਹਾ ਸੀ, ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਕਣਾ। ਮਤਲਬ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਵਿੱਚ ਰੱਖ, ਚੇਤੇ ਕਰ, ਸਿਮਰਨ ਕਰ, ਸੁਰਤ ਆਪਣੀ ਨੂੰ ਉਸ ਅਹਿਸਾਸ 'ਚ ਲੈ ਕੇ ਜਾ, ਤੇ ਇਸਨੂੰ ਇੱਕ ਮਨੁੱਖ ਘਣੇ ਆਨੰਦ ਦੀ ਪ੍ਰਾਪਤੀ ਹੋਏਗੀ। ਤੈਨੂੰ ਇੱਕ ਬਹੁਤ ਆਲਾ ਆਤਮਿਕ ਅਵਸਥਾ ਦੀ ਪ੍ਰਾਪਤੀ ਹੋਏਗੀ। ਸੋ ਉਸ ਆਨੰਦ ਨੂੰ ਪ੍ਰਾਪਤ ਕਰਨ ਗੋਚਰੇ ਫਿਰ ਅੱਗੇ ਪਦਾ ਬਾਪਦਾ ਗੁਰੂ ਸਾਹਿਬ ਨੇ ਮੈਸੇਜ ਡਿਲੀਵਰ ਕੀਤੇ। ਜਦੋਂ ਅਸੀਂ ਇਸ ਪਦੇ 'ਤੇ ਪਹੁੰਚਦੇ ਹਾਂ ਤੇ ਸਾਹਿਬ ਮਹਾਰਾਜ ਫਿਰ ਉਸ ਮੰਜ਼ਿਲੇ ਮਕਸੂਦ, ਉਸ ਫਾਈਨਲ ਰਿਜ਼ਲਟ, ਉਸ ਹਾਇਰ ਡੈਸਟਨੀ, ਉਸ ਨੂੰ ਸਾਡੇ ਸਾਹਮਣੇ ਪ੍ਰੈਜ਼ੈਂਟ ਕਰਦੇ ਨੇ ਕਿ ਜਿਹੜਾ ਜਗਿਆਸੂ, the learner, the seeker who starts his or her journey toward his or her spiritual destiny, at this point that individual is getting by blessing of ਵਾਹਿਗੁਰੂ ਜੀ। ਉਸ ਨੂੰ ਉਹ ਚੀਜ਼ ਮੁਯੱਸਰ ਹੋ ਰਹੀ ਹੈ, ਮਿਲ ਰਹੀ ਹੈ। ਉਦੋਂ ਇਹ ਚੀਜ਼ ਜਿਹੜੀ ਹੈ ਉਹਦੇ ਉਸ ਨੇੜੇ ਆ ਰਿਹਾ, ਉਸ ਸਟੇਟ ਆਫ ਮਾਈਂਡ ਦੇ ਜਿਹਨੂੰ ਅਰਨ ਕਰਨ ਵਾਸਤੇ ਸਾਰੀ ਸਪਿਰਿਚੁਅਲ ਜਰਨੀ ਚੱਲ ਰਹੀ ਸੀ। ਸੋ ਇਹਦੀ ਬਾਤ ਇਹਦੇ 'ਚ ਆ ਰਹੀ ਹੈ। ਫਲ ਗੁਣ ਇਹਦਾ ਇੱਕ ਰੰਗ ਹੋਰ ਵੀ ਲੈ ਲੈਣਾ, ਕਿਉਂਕਿ ਜਦੋਂ ਅਸੀਂ ਇਹਨੂੰ ਲਿਟਰਲੀ ਤੌਰ 'ਤੇ ਟਰਾਂਸਲੇਸ਼ਨ ਦੇ ਵਿੱਚੋਂ ਇੰਟਰਪ੍ਰੀਟੇਸ਼ਨ 'ਚ ਲੈ ਕੇ ਜਾਂਦੇ ਹਾਂ, ਤੇ ਦਾਨੇ ਲੋਕਾਂ ਨੇ ਕਿਹਾ ਫਲ ਗੁਣ ਦੇ ਮਾਇਨੇ ਜਾਣੋ। ਮਨੁੱਖੀ ਜੀਵਨ ਦੇ ਵਿੱਚ ਜਿਵੇਂ
ਅਸੀਂ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਪੜ੍ਹਦੇ, ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੇ ਪਿਆਰ, ਨਾਉ ਸੁਣ ਮਨ ਰਹਾਸੀਐ ਤਾਂ ਪਾਏ ਮੋਖ ਦੁਆਰ। ਗੁਰੂ ਨਾਨਕ ਸਾਹਿਬ ਉਹ ਸਾਹਿਬ ਨੇ ਕਿਹਾ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜਿਉ, ਧਰਤ ਕਾਇਆ ਸਾਧਕੈ ਵਿੱਚ ਦੇਖ ਕਰਤਾ ਬਿਓ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜਿਉ, ਜਿਉਣ ਦੀ ਜੁਗਤ ਆ ਜਾਏ। ਮਤਲਬ ਬੰਦੇ ਨੂੰ ਜੀਵਨ ਮਿਲ ਗਿਆ ਤਾਂ ਮਤਲਬ ਇਹ ਨਹੀਂ ਜਿਉਣਾ ਵੀ ਆ ਗਿਆ। ਜ਼ਿੰਦਗੀ ਜਿਉਣਾ ਇੱਕ ਆਰਟ ਆ, ਇੱਕ ਕਲਾ ਆ, ਇੱਕ ਪੂਰਾ ਵਾਈਜ਼ ਐਕਟ ਆ। ਕਈ ਵਾਰੀ ਬੰਦਿਆਂ ਦੀਆਂ ਉਮਰਾਂ ਲੰਘ ਜਾਂਦੀਆਂ, ਜਿਉਣਾ ਨਹੀਂ ਆਉਂਦਾ। ਕਈਆਂ ਦੀ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ, ਬੜਾ ਥੋੜ੍ਹਾ ਜਿਹਾ ਸਫ਼ਰ ਧਰਤੀ 'ਤੇ ਬਸਰ ਕਰਕੇ ਇੱਥੋਂ ਗੁਜ਼ਰ ਜਾਂਦੇ ਨੇ। ਇੱਥੋਂ ਜੋ ਹੈ ਉਹਨਾਂ ਨੂੰ ਇੱਥੋਂ ਵਿਦਾਇਗੀ ਮਿਲ ਜਾਂਦੀ ਹੈ, ਪਰ ਜਿੰਨਾ ਕੁ ਸਮਾਂ ਹੈ ਉਹ ਜਿਉਂ ਕੇ ਜਾਂਦੇ ਨੇ। ਮੁੱਖ ਰੂਪ ਵਿੱਚ ਜਿਉਣ ਦੀ ਗੱਲ ਆ। ਤੇ ਜਿਉਣ ਦੇ ਮਾਇਨੇ ਕੀ ਨੇ? ਸਭ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜਿਉ, ਧਰਤ ਕਾਇਆ ਸਾਧਕੈ। ਆ ਜਿਹੜੀ ਧਰਤ ਕਾਇਆ ਆ, ਇਹਨੂੰ ਸਾਧਨਾ ਆ, ਕਲਟੀਵੇਸ਼ਨ ਕਰਨੀ ਇਹਦੀ, ਵਾਹੁਣਾ ਇਹਨੂੰ। ਸਰੀਰ ਹੀ ਵਾਹੁੰਦੇ ਹਾਂ ਅਸੀਂ, ਜੀਵਨ ਹੀ ਵਾਹੁੰਦੇ ਹਾਂ ਆਪਣਾ। ਜੀਵਨ ਦਾ ਇਸਤੇਮਾਲ ਕਰਦੇ ਹਾਂ। ਦ ਐਨਰਜੀ ਮਦਰ ਨੇਚਰ ਹੈਜ਼ ਗਿਵਨ ਅਸ, ਵੀ ਯੂਜ਼ ਇਟ ਟੂ accumulate, to earn, to attain sort of happiness, sort of some kind of results in our life। ਉਸ ਚੀਜ਼ ਉੱਤੇ ਅਸੀਂ ਐਫਰਟ ਪਾਉਂਦੇ ਹਾਂ। ਸੋ ਬਾਬਾ ਜੀ ਨੇ ਜਿਹੜੀ ਬਾਤ ਕੀਤੀ, ਕਹਿੰਦੇ ਧਰਤ ਕਾਇਆ ਸਾਧਕ ਹੈ, ਇਹਨੂੰ ਸਾਧਨਾ ਆ। ਹੁਣ ਸਾਧਨਾ ਇਹ ਹੈ, ਤੁਸੀਂ ਦੇਖੋਗੇ ਕੋਈ ਵੀ ਚੀਜ਼ ਹੈ, ਮਤਲਬ ਜੁਗਤ ਮੈਥਡ, ਮੈਥਡੋਲੋਜੀ, ਤਰੀਕੇਕਾਰਤਾ ਦੇ ਨਾਲ ਹੁੰਦੀ ਹੈ। ਆਪ ਜੀ ਨੇ ਇਹਨਾਂ ਮੁਲਕਾਂ 'ਚ ਅਸੀਂ ਰਹਿੰਦੇ ਹਾਂ, ਆਲਮੋਸਟ ਸਾਨੂੰ ਹਾਫ ਕੁਕਡ, ਹਾਫ ਪ੍ਰਪੇਅਰਡ ਫੂਡ ਜਿਹੜਾ ਆ ਉਹ ਸਟੋਰਾਂ ਤੋਂ ਮਿਲਦਾ ਹੈ, ਜਿਹਨੂੰ ਅਸੀਂ ਕਹਿੰਦੇ ਹੈਗੇ ਆ ਕਿ ਜਿਹੜਾ ਫੂਡ ਖਾਸ ਕਰਕੇ ਇੰਡਸਟਰੀਅਲ ਸਾਈਡ ਤੋਂ ਨਿਕਲ ਕੇ ਆਉਂਦਾ ਆ। ਜਿਵੇਂ ਗ੍ਰੇਨ ਹੀ ਹੈ, ਮਦਰ ਨੇਚਰ ਤੇ ਉਸ ਰੂਪ ਵਿੱਚ ਦਿੰਦੀ ਹੈ। ਅਸੀਂ ਕੀ ਕਰਦੇ ਹਾਂ? ਸੀਰੀਅਲ ਬਾਏ ਕਰਦੇ ਹਾਂ। ਹੁਣ ਸੀਰੀਅਲ ਕੀ ਹੈ? ਪ੍ਰੋਸੈਸਡ ਫੂਡ ਆ। ਸੋ ਪ੍ਰੋਸੈਸਡ ਹੋ ਕੇ ਭਾਵ ਉਹ ਆਲਮੋਸਟ ਰੈਡੀ ਟੂ ਈਟ ਹੁੰਦਾ ਆ, ਪਰ ਫਿਰ ਵੀ ਸਟਿਲ ਉਸ ਨੂੰ ਥੋੜ੍ਹਾ ਬਹੁਤਾ ਪ੍ਰਪੇਅਰ ਕਰਨਾ ਪੈਂਦਾ ਹੈ। ਹੁੰਦਾ ਤੇ ਉਹ ਰੈਡੀ ਟੂ ਈਟ ਹੀ ਹੈ। ਆਪ ਦੇਖੋਗੇ, ਤੁਸੀਂ ਬ੍ਰੈਡ ਲੈ ਆਏ, ਬ੍ਰੈਡ ਲਿਆ ਕੇ ਬਿਲਕੁਲ ਮਤਲਬ ਜਿਹੜੀ ਹੈ ਰਾ ਬ੍ਰੈਡ ਉਸ ਤਰੀਕੇ ਨਾਲ ਖਾਣੀ ਹਾਰਡ ਹੁੰਦੀ ਹੈ। ਕਿਸੇ ਨੂੰ ਬਹੁਤ ਮੁਸ਼ਕਿਲ ਦੇ ਨਾਲ ਹੀ ਉਹ ਚੀਜ਼ ਹੋਏਗੀ। ਉਹਦੇ ਉੱਤੇ ਉਹਨੂੰ ਤੁਸੀਂ ਟੋਸਟ ਕਰਦੇ ਹੋ, ਬਟਰ ਲਾਉਂਦੇ ਹੋ, ਜੈਮ ਲਾਉਂਦੇ ਹੋ, ਡਿਫਰੈਂਟ ਵੇ ਦੇ ਨਾਲ। ਸੋ ਇਹ ਹੈ ਕਿ ਉਹਦੇ ਅਗਲਾ ਕੁਝ ਪ੍ਰੋਸੈਸ ਬਾਕੀ ਹੈ। ਆ ਜਿਹੜੀ ਧਰਤ ਕਾਇਆ ਆ, ਇਹ ਹੈ ਤੇ ਬਲੈਸਿੰਗ ਮਿਲ ਗਈ, ਬੜੀ ਵਧੀਆ ਕਮਾਲ ਦੀ ਚੀਜ਼ ਹੈ, ਪਰ ਇਹਨੂੰ ਸਾਧਨਾ ਆ। ਇਹ ਬਿਲਕੁਲ ਰੈਡੀ ਟੂ ਯੂਜ਼ ਆ। ਦਿਸ ਇਜ਼ ਅ ਟੋਟਲ ਐਕਚੁਅਲੀ full of energy, you can say it's a energy flow, but you have to drive this energy, you have to make some kind of changes in this energy so that we can see the real meaning of our life, ਜੋ ਉਸ ਚੀਜ਼ ਨੂੰ ਅਸੀਂ ਅਹਿਸਾਸ ਕਰ ਸਕੀਏ। ਸੋ ਉਸ ਬਾਬਤ ਬਾਬਾ ਜੀ ਨੇ ਬਾਤ ਕੀਤੀ, ਧਰਤ ਕਾਇਆ ਸਾਧਕ ਹੈ। ਜਦੋਂ ਇਹਨੂੰ ਸਾਧਨਾ ਆ, ਇਸ ਐਨਰਜੀ ਨੂੰ ਚੈਨਲਾਈਜ਼ ਕਰਨਾ ਆ, ਵਿੱਚ ਦੇ ਕਰਤਾ ਬਿਓ। ਤੇ ਚੇਤੇ ਰੱਖਿਆ ਜੇ, ਧਰਤੀ ਕੱਲੀ ਜਿਵੇਂ ਕਿਸਾਨ ਵਾਹੁੰਦਾ ਨਹੀਂ ਗਾ, ਉਹਦਾ ਮਤਲਬ ਸਿਰਫ ਉਹਨੂੰ ਕਲਟੀਵੇਟ ਕਰਨਾ ਨਹੀਂ ਗਾ, ਉਹਨੂੰ ਟਿਲਰਿੰਗ ਕਰਨੀ ਨਹੀਂ ਗੀ, ਉਹਨੂੰ ਜਸਟ ਉਥਲਣਾ ਪੁਥਲਣਾ ਨਹੀਂ ਹੈਗਾ, ਬਲਕਿ ਉਹ ਸਭ ਕਾਰਜ ਕਿਰਿਆ ਇਸ ਕਰਕੇ ਕਰਦਾ ਆ ਤਾਂ ਕਿ ਉਹਦੇ ਵਿੱਚ ਬੀਜ ਬੀਜਿਆ ਜਾ ਸਕੇ। ਜਦੋਂ ਅਸੀਂ ਜੀਵਨ ਦੇ ਵਿੱਚ ਕੋਈ ਕਿਤੇ ਵੀ ਐਨਰਜੀ ਯੂਜ਼ ਕਰਦੇ ਆ, ਐਕਟ ਕਰਦੇ ਆ, ਇਸ ਸਾਰੇ ਦੇ ਵਿੱਚ ਸਾਨੂੰ ਜਿਹੜੀ ਸਭ ਤੋਂ ਵੱਡੀ ਚੀਜ਼ ਆ ਉਹ ਹੈ ਸੱਚ ਦਾ ਵਿਸ਼ਵਾਸ ਅੰਦਰ ਬੀਜਣਾ, ਕਰਤਾਰ ਦਾ ਵਿਸ਼ਵਾਸ ਅੰਦਰ, ਜਿਹਨੂੰ ਅਸੀਂ ਨਾਮ ਦਾ ਬੀਜਣਾ ਕਹਿੰਦੇ ਆ। ਕਿਉਂਕਿ ਜੀਵਨ ਕਿਸੇ ਬਲੀਵ ਸਿਸਟਮ ਦੇ ਨਾਲ ਪ੍ਰਫੁੱਲਤ ਹੁੰਦਾ ਆ। ਜੇ ਬੰਦੇ ਕੋਲੋਂ ਬਲੀਵ ਖੋਲੋਗੇ, ਉਹਦਾ ਵਿਸ਼ਵਾਸ ਖੋਲੋਗੇ, ਉਹਦੀ ਅੰਦਰ ਦੀ ਜਿਹੜੀ ਅਸਲ ਤਰਬੀਅਤ ਨੂੰ ਸਰ ਕਰਨ ਵਾਲੀ ਚੀਜ਼ ਆ, ਤੁਸੀਂ ਉਹਦੇ ਤੋਂ ਉਹਨੂੰ ਐਲੀਮੀਨੇਟ ਕਰ ਦਿਓਗੇ, ਉਹਨੂੰ ਲਾਮੇ ਕਰ ਦਿਓਗੇ। ਜੀਵਨ ਕੀ ਹੈ? ਬੇਵਸਾਹੀ ਦੇ ਵਿੱਚ ਜੀਵਨ ਨਹੀਂ ਜੀਆ ਜਾ ਸਕਦਾ। ਜਦੋਂ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਖਤਮ ਹੁੰਦਾ ਆ, ਲੋਕਾਂ ਦੇ ਵਿੱਚ ਆਲੇ ਦੁਆਲੇ ਤੇ ਵਿਸ਼ਵਾਸ ਖਤਮ ਹੁੰਦਾ ਆ, ਲੋਕਾਂ ਦੇ ਵਿੱਚ ਰੱਬ ਤੇ ਰੱਬ ਦੀ ਬਣਾਈ ਕਾਇਨਾਤ ਤੇ ਵਿਸ਼ਵਾਸ ਖਤਮ ਹੁੰਦਾ ਆ, ਬੇਵਸਾਹੀ ਦੇ ਵਿੱਚੋਂ ਜੀਵਨ ਬਰਬਾਦੀ ਤੇ ਰਾਹ ਪੈਂਦਾ ਆ। ਸੋ ਇਸ ਕਰਕੇ ਨਾਮ ਨਾ ਬੀਜਣਾ, ਇੱਕ ਵਿਸ਼ਵਾਸ ਦਾ ਤੰਦ ਆਪਣੇ ਅੰਦਰ ਪਕੜ ਕੇ ਰੱਖਣੀ।
ਜੋ ਅੱਜ ਆ ਆਉਂਦੇ ਕੱਲ ਇਹਦੇ ਤੋਂ ਬੈਟਰ ਹੋਏਗਾ, ਜੋ ਕੱਲ ਹੈ ਉਸ ਤੋਂ ਅਗਲਾ ਕੱਲ ਉਸ ਤੋਂ ਚੰਗਾ ਹੋਏਗਾ। ਜੀਵਨ ਐਵੇਂ ਚੱਲਦਾ ਆ, ਕਿਸੇ ਆਸ ਦੇ ਵਿੱਚ, ਕਿਸੇ ਹੋਪ ਵਿੱਚ, ਕਿਸੇ ਉਮੀਦ ਵਿੱਚ। ਤੇ ਫਿਰ ਉਹ ਕੱਲੀ ਉਮੀਦ ਹੋਪ ਜਿਹੜੀ ਹੈ ਸਿਰਫ ਲਫ਼ਜ਼ ਨਹੀਂ ਹੁੰਦੇ, ਜਾਂ ਸਿਰਫ ਇੱਕ ਗੱਲਾਂ ਬਾਤਾਂ ਨਹੀਂ ਹੁੰਦੀਆਂ, ਉਹਨਾਂ ਦੇ ਵਿੱਚ ਅਮਲ ਹੁੰਦਾ ਆ, ਉਹਨਾਂ ਦੇ ਵਿੱਚ ਐਕਸ਼ਨ ਹੁੰਦਾ ਆ, ਉਹਨਾਂ ਦੇ ਵਿੱਚ ਜੀਵਨ ਨੂੰ ਸਹੀ ਜਾਚ ਸਿਖਾਉਣ ਵਾਸਤੇ, ਉਹਦੀ ਤਰਬੀਅਤ ਨੂੰ ਚੇਂਜ ਕਰਨ ਵਾਸਤੇ ਐਫਰਟਸ ਹੁੰਦੀ ਹੈ। ਉਸ ਸਾਰੇ ਦਾ ਨਾਮ ਲਿਟਰੇਚਰ ਦੇ ਵਿੱਚ, ਤੇ ਖਾਸ ਕਰਕੇ ਜਿਵੇਂ ਗੁਰਬਾਣੀ 'ਚ ਪੜ੍ਹਦੇ ਹਾਂ, ਗੁਣ ਕਿਹਾ ਜਾਂਦਾ ਹੈ। ਜਦੋਂ ਮੈਂ ਕਹਿੰਦਾ ਵਾਂ ਮੈਂ ਜੀਵਨ ਵਿੱਚ ਭਗਤੀ ਬੀਜਣੀ ਹੈ, ਬਾਣੀ ਨੇ ਕਿਹਾ ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣ ਗ੍ਰਹਿਣ ਕਰ, ਗੁਣ ਕਮਾ, ਤਰਤ ਕਾਇਆ ਸਾਧਕੈ। ਸਾਧਨਾ ਕੀ ਹੈ? ਔਗਣ ਕਰਨ ਨੂੰ ਜੀ ਕਰਦਾ ਹੈ, ਔਗਣ ਕਰ ਰਿਹਾ ਵਾਂ, ਔਗਣਾਂ ਨਾਲ ਜੁੜਿਆ ਵਾਂ ਨਾ, ਗੁਣਾਂ ਨੂੰ ਜੋੜਨਾ ਹੈ, ਗੁਣਾਂ ਨਾਲ ਆਪਣੀ ਜਿਹੜੀ ਹੈ ਗੁਣ ਇਨਕੋਰਪੋਰੇਟ ਕਰਨੇ ਨੇ, ਉਹਨਾਂ ਦੇ ਵਿੱਚ ਸਾਂਝ ਪਾਉਣੀ ਹੈ, ਉਹਨਾਂ ਦੇ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਨਾ ਹੈਗਾ ਆ। ਸੋ ਜਿੱਥੇ ਜਿੱਥੇ ਗੁਣ ਬੰਦਾ ਜੀਵਨ ਵਿੱਚ ਬੀਜੇਗਾ, ਉਹਨਾਂ ਨੂੰ ਅਪਣਾਏਗਾ, ਉਹਨਾਂ ਨੂੰ ਸੰਭਾਲੇਗਾ, ਉਹਨਾਂ ਦੀ ਟੇਕ ਕੇਅਰ ਕਰੇਗਾ, ਸਭ ਉਹਦਾ ਫਿਰ ਇੱਕ ਫਲ ਵੀ ਹੈ। ਤੇ ਗੁਣ ਦਾ ਫਲ ਕੀ ਹੈ? ਆਨੰਦ, ਖੁਸ਼ੀ, ਚਾਅ, ਖੇੜਾ, ਹਾਈਐਸਟ ਪਲੈਜ਼ਰ, joyfulness, whatever name we can actually give it. But that is the instant result actually by following this path, the path of spirituality, what Guru Maharaj has shown us or blessed us. So ਬਚਨ ਇੱਥੇ ਆਇਆ ਹੈ ਫਲ ਗੁਣ, ਜਦੋਂ ਗੁਣ ਬੀਜੇ ਉਹਨਾਂ ਦਾ ਫਲ ਉਜਾਗਰ ਹੋਇਆ। ਆਨੰਦ ਉਪਾਰਜਣਾ, ਇੰਤਹਾ ਦੀ ਖੁਸ਼ੀ, ਬੇਤਹਾਸ਼ਾ। ਇਹਨੂੰ ਮੈਂ ਸਰਲ ਭਾਵ ਵਿੱਚ ਬਿਆਨ ਕਰਦਾ ਆ। ਗੁਣ ਆ ਐਂਪਥੀ, ਗੁਣ ਆ ਇੰਟੈਂਟਿਵ ਲਿਸਨਿੰਗ, ਗੁਣ ਆ ਕੰਪੈਸ਼ਨ, ਗੁਣ ਆ ਇਮੋਸ਼ਨਲੀ ਵਾਈਜ਼ ਹੋਣਾ। ਐਂਡ what is the result? When we have this kind of virtues in our lives or in our practices, then definitely result is going to be laughter, giggle, result is going to be harmony, result is going to be peace of mind, result is going to be some kind of meaningful relationship with ourselves, with our families, with this world, and with the higher power. That is Anand. ਉਹਨੂੰ ਗੁਰੂ ਸਾਹਿਬ ਨੇ ਕਿਹਾ ਫਲ ਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟਿਆ ਹੈ। ਇਹਦੇ ਵਿੱਚ ਮਹਿਸੂਸ ਹੋਏਗਾ ਸੱਜਣ ਵਿੱਚ ਹੀ ਹੈ। ਸੱਜਣ ਉਹ ਜਿਹੜਾ ਅਦ੍ਰਿਸ਼ ਆ, ਸੱਜਣ ਉਹ ਜਿਹਦਾ ਨਾਮ ਆ, ਜ਼ਿਕਰ ਆ, ਪਰ ਹੈ ਕਿੱਥੇ ਹੈ? ਸਪੋਜ਼ ਸਰਲ ਭਾਵ ਵਿੱਚ ਬਿਆਨ ਕਰਾਂ ਇਸ ਨੂੰ, ਮੈਂ ਬਿਲਾਸ ਰੂਪ ਵਿੱਚ ਬਾਤ ਕਹਾਂ ਤੇ ਉਹ ਇੱਕ ਸਾਡੇ ਬੁਲਾਰਾ ਹੈਗਾ, ਤੇ ਉਹ ਬੋਲਦਾ ਹੋਇਆ ਕਹਿੰਦਾ ਕਿ ਜਦੋਂ ਪਹਿਲੀ ਵਾਰ ਇੰਡੀਆ ਦੇ ਐਜੂਕੇਸ਼ਨਲ ਸਿਸਟਮ ਵਿੱਚ ਤੁਸੀਂ ਦੇਖਿਆ ਹੋਣਾ, ਐਸੇਜ਼ ਲਿਖੇ ਜਾਂਦੇ ਸੀਗੇ, ਮਾਈ ਫਾਦਰ, ਮਾਈ ਮਦਰ, ਜਾਂ ਐਕਚੁਅਲੀ ਮਾਈ ਬੈਸਟ ਫਰੈਂਡ, ਇਸ ਤਰੀਕੇ ਦੇ ਨਾਲ। ਤੂੰ ਕਹਿੰਦਾ ਜਦੋਂ ਮਾਈ ਫਾਦਰ ਦਾ ਪਹਿਲੀ ਵਾਰੀ ਮੈਂ ਐਸੇ ਲਿਖਿਆ ਤੇ ਉਹਦੇ ਜਿਹੜੀ ਬਾਤ ਕੀਤੀ ਗਈ ਕਿ ਮੇਰਾ ਫਾਦਰ ਜਿਹੜਾ ਹੈਗਾ, ਆਪਨੇ ਦੇਖਿਆ ਹੋਏਗਾ ਕਿ ਕਿਵੇਂ ਉਹਦੇ ਵਿੱਚ ਗੁਣ ਲਿਖੇ ਜਾਂਦੇ ਨੇ ਸਾਰੇ ਦੇ ਸਾਰੇ। ਉਹਦੇ 'ਚ ਲਿਖਿਆ ਗਿਆ ਕਿ ਉਹ ਬੜਾ ਹਾਰਡ ਵਰਕਿੰਗ ਆ, ਬੜਾ ਲਵਿੰਗ ਆ, ਬੜਾ ਕੇਅਰਿੰਗ ਆ, ਬੜਾ ਮੈਨੂੰ ਪਲੇ ਕਰਾਉਂਦਾ ਆ, ਇਹ ਸਭ ਕੁਛ, ਉਹ ਸਾਰਾ ਕੁਝ ਉਹ ਕਹਿੰਦੇ ਜਦੋਂ ਮੈਂ ਲਿਖਿਆ, ਉਹ ਮੈਂ ਕਿਹਾ ਵੀ ਗੱਲ ਠੀਕ ਹੈ, ਫਾਦਰ ਇਹ ਹੁੰਦਾ ਆ, ਤੇ ਜਿਹੜਾ ਮੇਰੇ ਘਰ ਦੇ ਵਿੱਚ ਆ ਉਹ ਕੌਣ ਆ ਭਾਈ? ਉਹਦੇ ਨਾਲ ਤੇ ਆਪਣੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ। ਸੋ ਦੈਟ ਮੀਨ ਐਕਚੁਅਲੀ ਸਮਥਿੰਗ ਇਜ਼ ਮਿਸਿੰਗ ਓਵਰ ਹੇਅਰ। ਜਿਸ ਸੱਜਣ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਸੱਜਣ ਹੈ ਕਿੱਥੇ ਹੈ? ਕਿਉਂਕਿ ਨਾ ਤੇ ਮੈਂ ਉਹੋ ਜਿਹਾ ਸੱਜਣ ਆ, ਨਾ ਮੇਰੇ ਆਲੇ ਦੁਆਲੇ ਕੋਈ ਉਹੋ ਜਿਹਾ ਸੱਜਣ ਆ ਜਿਸ ਸੱਜਣ ਨੂੰ ਗੁਰਬਾਣੀ ਬਿਆਨ ਕਰਦੀ ਹੈ ਕਿ ਉਹ ਸੱਜਣ ਤੇ ਗੁਣਾਂ ਦਾ ਗੁੱਥਲ ਆ, ਉਹ ਸੱਜਣ ਤੇ ਪਿਆਰ ਹੈ, ਉਹ ਤੇ ਸੱਜਣ, ਉਹ ਤੇ ਸਨੇਹ ਦਾ ਭਰਿਆ ਹੋਇਆ ਹੈ। ਭਈ ਗੱਲ ਇਹ ਹੈ, ਉਹ ਸਾਡੇ ਵਿੱਚ ਹੀ ਹੈ। ਅਸੀਂ ਉਹਦੀ ਹੀ ਸ਼ੈਡੋ, ਉਹਦੀ ਪਰਛਾਈ ਆ। ਜਿਹਨੂੰ ਅਸੀਂ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦਾਂ 'ਚ ਵਿਚਾਰ ਰਹੇ ਸੀ, ਪੂਹ ਪਮਤਿਓ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਭਾਈ ਅੰਦਰ ਹੀ ਲੱਭ, ਉਹਨੂੰ ਅੰਦਰ ਖੋਜ। ਪਰ ਖੋਜਣਾ ਕਿਵੇਂ ਹੈ? ਐਵੇਂ ਨਹੀਂ ਕਿ ਜਸਟ ਜਿਵੇਂ ਯੋਗਿਕ ਕਿਰਿਆਵਾਂ ਦੇ ਵਿੱਚ ਹੋਇਆ ਕਿ ਅੰਦਰ ਹੀ ਬਸ ਉਹਨੂੰ ਕਮਲਿਆਂ ਵਾਂਗੂ ਅੰਦਰ ਸੋਚੀ ਗਏ, ਲੱਭੀ ਗਏ। ਨਾ,
ਗੁਣ ਬੀਜ, ਗੁਣਾਂ ਦੇ ਸਿੱਟੇ ਵਿੱਚੋਂ ਨਿਕਲੇਗਾ। ਜਿਵੇਂ ਜਿਵੇਂ ਗੁਣ ਅੰਦਰ ਗ੍ਰਹਿਣ ਕਰਦਾ ਜਾਏਗਾ, ਜੀਵਨ ਵਿੱਚ ਅਮਲ ਵਿੱਚ ਲਿਆਉਂਦਾ ਜਾਏਗਾ, ਪਤਾ ਲੱਗੇਗਾ ਰੱਬ ਤੇ ਕਿਤੇ ਦੂਰ ਨਹੀਂਗਾ, ਹਰ ਤੇ ਗੱਲ ਸੁਣ ਰਿਹਾ ਮੇਰੀ। ਜਿਹਨੂੰ ਸਾਹਿਬ ਨੇ ਕਿਹਾ ਸੀ ਨਾ ਕਿ ਇਹ ਰਿਐਲਿਟੀ ਹੈ, ਜੋ ਮੰਗੈ ਠਾਕੁਰ ਹੀ ਆਪਣੇ ਤੇ ਸੋਈ ਸੋਈ ਦੇਵੈ। ਬੰਦਾ ਕਹਿੰਦਾ ਕਿੱਥੇ, ਇਹੋ ਜਿਹਾ ਕੋਈ ਪੋਸੀਬਲ ਨਹੀਂ ਹੈਗੀ, ਇਹੋ ਜਿਹੀ ਪੋਸੀਬਿਲਿਟੀ ਨਹੀਂ ਹੋ ਸਕਦੀ। ਭਈ ਹੈ, ਭਈ ਜਦੋਂ ਤੂੰ ਉਸ ਤਰਤ ਕਾਇਆ ਸਾਧ ਕੇ ਸਚਿਆਰ ਹੋਏਗਾ, ਸੱਚ ਦੇ ਰਾਹ ਤੇ ਜਾਏਗਾ, ਆਹ ਚੀਜ਼ਾਂ ਅਪਣਾਏਗਾ, ਭਈ ਉਹ ਫਿਰ ਚੀਜ਼ ਉਹ ਪ੍ਰਗਟੇਗੀ ਜਿਸ ਨੂੰ ਤੂੰ ਲੱਭ ਰਿਹਾ। ਉਹ ਤੇਰੇ ਆਲੇ ਦੁਆਲੇ ਹੀ ਹੈ, ਤੇਰੇ ਨੇੜੇ ਹੀ ਹੈ। ਅਸਲ ਸੱਚ ਇਹ ਹੈ, ਉਹ ਜਿਹੜਾ ਹੈ ਨਾ, ਆਂਦੀ ਪਾਛਾ ਜੋ ਜਲ ਬਰਖੈ ਤਿਹ ਤੇਰਾ ਜਨ ਭੀਨਾ, ਭਗਤ ਕਬੀਰ ਜੀ ਉਹ ਕਹਿੰਦੇ ਉਹ ਤੈਨੂੰ ਭਿੰਨ ਰਿਹਾ ਹਰ ਵਕਤ, ਤੂੰ ਹੀ ਉਹਦੇ ਅਹਿਸਾਸ ਵਿੱਚੋਂ ਆਪਣੇ ਆਪ ਨੂੰ ਨਿਰਧਾਰਿਤ ਕਰ ਲਿਆ ਹੈਗਾ। ਇੱਥੇ ਕਿਆ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ, ਉਹ ਚੀਜ਼ ਪ੍ਰਗਟ ਹੋ ਗਈ, ਉਹਦਾ ਅਹਿਸਾਸ ਹੋ ਗਿਆ। ਜਿਵੇਂ ਅੱਜ ਕੱਲ੍ਹ ਗੱਲ ਕੀਤੀ ਜਾਂਦੀ ਹਰ ਲੈਵਲ 'ਤੇ, ਹੁਣ ਤਾਂ ਸ਼ਾਇਦ ਸਲੋਗਨ ਚੇਂਜ ਕੀਤਾ ਹੈ ਵੀ ਦਿਸ ਇਜ਼ ਪਲੇਸ ਟੂ ਗਰੋ ਸਮਥਿੰਗ, ਇਸ ਕਿਸਮ ਦਾ ਸਲੋਗਨ ਨਹੀਂ ਤੇ ਹੁੰਦਾ ਸੀ, ਇਟਸ ਯੂਅਰਸ ਟੂ ਡਿਸਕਵਰ। ਓਨਟਾਰੀਓ ਬਾਰੇ ਇਹ ਸਲੋਗਨ ਸੀਗਾ, ਮਤਲਬ ਸਭ ਕੁਝ ਮੁਯੱਸਰ ਹੈ, ਬਸ ਤੇਰੇ ਤੇ ਹੀ ਹੈ ਤੂੰ ਲੱਭਣਾ ਕਿ ਨਹੀਂ ਲੱਭਣਾ, ਤੇਰੇ ਤੇ ਹੀ ਹੈ ਤੂੰ ਕੀ ਫਾਈਂਡ ਆਊਟ ਕਰਨਾ ਚਾਹੁੰਦਾ ਹੈ। ਐਗਜ਼ੈਕਟਲੀ ਇਹ ਚੀਜ਼ ਜਿਹੜੀ ਹੈ ਸਾਡੇ ਅੰਦਰ ਹੀ, ਜੇ ਅਸੀਂ ਸਿਆਣਪ ਦੀ ਗੱਲ ਕਰੀਏ, ਅਕਲ ਦੀ ਗੱਲ ਕਰੀਏ, ਸੋਝੀ ਦੀ ਗੱਲ ਕਰੀਏ, ਮਨੁੱਖੀ ਜੀਵਨ ਦੇ ਚੰਗੇਰੇ ਉਚੇਰੇ ਅਮਲਾਂ ਦੀ ਬਾਤ ਕਰੀਏ, ਸਭ ਮੌਜੂਦ ਆ। ਸਭ ਕਹਿੰਦੇ ਜਦੋਂ ਇਹ ਰਾਹ ਅਪਣਾਇਆ ਨਾ, ਜਦੋਂ ਗੁਣ ਬੀਜੇ ਉਹਨਾਂ ਦਾ ਫਲ ਆਇਆ, ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ, ਜਿਹਨੂੰ ਗੁਰੂ ਬਾਬਾ ਜੀ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ ਹੈ, ਭਾਗ ਹੋਵਾ ਗੁਰੂ ਸੰਤ ਮਿਲਾਇਆ, ਹਰ ਅਬਿਨਾਸ਼ੀ ਘਰ ਮੈਂ ਪਾਇਆ। ਭਾਗ ਹੋਵਾ ਗੁਰੂ ਸੰਤ ਮਿਲਾਇਆ, ਜਦੋਂ ਭਾਗ ਬੜੇ ਮਥੋਰ ਹੋਏ ਉਦੋਂ ਗੁਰੂ ਸੰਤ ਮਿਲ ਗਿਆ। ਬੰਦਾ ਸੰਤ ਲੱਭਦਾ ਨਾ, ਕੋਈ ਸੰਤ ਆਵੇ ਜਿਹੜਾ ਮੇਰੀ ਬਾਂਹ ਫੜੇ, ਜਿਹੜਾ ਮੈਨੂੰ ਰਾਹ ਪਾਵੇ। ਸਾਹਿਬ ਨੇ ਕਿਹਾ ਗੁਰੂ ਸੰਤ ਹੈ। ਇੱਥੇ ਉਹਦੀ ਬਾਤ ਹੋ ਰਹੀ ਹੈ, ਸੰਤ ਸਹਾਈ ਰਾਮ ਕੇ, ਉਹ ਗੁਰੂ ਸਹਾਈ ਹੈ ਉਸ ਰਾਮ ਰਮੇ ਹੋਏ ਰਾਹ ਤੇ ਲਿਜਾਣ ਵਾਸਤੇ ਸਾਨੂੰ। ਇਹਦੇ ਲਈ ਜਿਵੇਂ ਜਿਵੇਂ ਸਾਡੀ ਗੁਰੂ ਨਾਲ ਵਾਕਫੀਅਤ ਵੱਧਦੀ ਹੈ, ਜਿਵੇਂ ਜਿਵੇਂ ਸਾਡੀ ਗੁਰੂ ਨਾਲ ਸਾਂਝ ਵੱਧਦੀ ਹੈ, ਤੇ ਗੁਰੂ ਦੀ ਸਾਂਝ ਰੱਬ ਦੀ ਸਾਂਝ ਹੋ ਨਿਬੜਦੀ ਹੈ। ਰੱਬ ਦੀ ਸਾਂਝ ਸਾਡੇ ਆਪਣੇ ਆਪੇ ਦੀ ਸਾਂਝ ਹੋ ਨਿਬੜਦੀ ਹੈ। ਸਾਨੂੰ ਪਤਾ ਲੱਗਦਾ ਆ, ਮੈਂ ਐਵੇਂ ਫਿਕਰਾਂ, ਚਿੰਤਾਵਾਂ, ਵੱਖਰੇ ਵੱਖਰੇ ਪਰੇਸ਼ਾਨੀਆਂ, ਪਸ਼ੇਮੀਨਗੀਆਂ ਦੇ ਸੰਸਾਰ ਵਿੱਚ ਗਵਾਚਿਆ ਫਿਰਦਾ ਆ। ਇਹ ਤੇ ਮੇਰੀ ਦੁਨੀਆ ਨਹੀਂ ਗੀ। ਮੇਰੀ ਦੁਨੀਆ ਤੇ ਖੁਸ਼ੀ ਹੈ, ਮੇਰੀ ਦੁਨੀਆ ਤੇ ਖੇੜਾ ਹੈ, ਮੇਰੀ ਦੁਨੀਆ ਤੇ ਚਾਹ ਹੈ, ਮੇਰੀ ਦੁਨੀਆ ਤੇ ਅੰਦਰ ਦੀ ਸੰਪੂਰਨਤਾ ਆ, ਅੰਦਰ ਦਾ ਸਹਿਜਤਾ ਆ, ਇਹ ਸਭ ਆ। ਇੱਥੇ ਸਾਹਿਬ ਨੇ ਕਿਹਾ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸਹੀ ਰੂਪ ਵਿੱਚ ਬਾਤ ਇਹ ਮੰਨੀ ਜਾਏ, ਜਦੋਂ ਸੰਤ ਗੁਰੂ ਦੇ ਸੌਂਦਾ ਹੈ, ਐਕਚੁਅਲੀ ਇਹੀ ਕਿਰਪਾ ਆ। ਜਦੋਂ ਤੁਹਾਨੂੰ ਰਾਹ ਦਿਸ ਪਿਆ, ਜਦੋਂ ਤੁਹਾਨੂੰ ਅਹਿਸਾਸ ਹੋ ਗਿਆ, ਜੋ ਤੁਹਾਨੂੰ ਮੈਥਡ, ਜਿਹਦੀ ਮੈਥਡੋਲੋਜੀ ਦੀ ਗੱਲ ਕੀਤੀ, ਤਰੀਕੇਕਾਰਤਾ ਆ ਗਈ, ਉਹਦੀ ਤੁਹਾਡੇ ਅੰਦਰ ਆਮਦ ਹੋ ਗਈ। ਅਗਲਾ ਬਚਨ ਲਿਖਿਆ ਹੈ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾ ਹੀ ਜਾਏ। ਮੈਟਾਫੋਰਸ ਨੇ ਇੱਕ ਤੋਂ ਬਾਅਦ ਇੱਕ ਗੁਰੂ ਸਾਹਿਬ ਵਰਤਦੇ ਨੇ ਬਾਣੀ ਦੇ ਵਿੱਚ। ਸੇਜ ਸੁਹਾਵੀ ਸਰਬ ਸੁਖ, ਹਿਰਦੇ ਰੂਪ ਸੇਜਾ ਦੀ ਗੱਲ ਹੋ ਰਹੀ ਹੈ, ਜਿਹੜੀ ਸੋਭਨੀਕ ਹੋ ਗਈ। ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਕੁਦਰਤ ਆ, ਕੁਦਰਤ ਤੁਹਾਨੂੰ ਚੀਜ਼ਾਂ ਦਿੰਦੀ ਹੈ, ਤੁਹਾਨੂੰ ਅਪੋਰਚੁਨਿਟੀਜ਼ ਪ੍ਰੋਵਾਈਡ ਕਰਦੀ ਹੈ, ਤੁਸੀਂ ਉਹਨੂੰ ਅਵੇਲ ਕਰਦੇ ਹੋ ਕਿ ਨਹੀਂ ਕਰਦੇ, ਤੁਹਾਡੇ ਤੇ ਆ। ਸਭ ਕੁਝ ਅਵੇਲੇਬਲ ਆ ਇਸ ਧਰਤੀ ਤੇ, ਕੁਝ ਵੀ ਐਸਾ ਨਹੀਂ ਜਿਹੜਾ ਤੁਹਾਡੇ ਤੋਂ ਦੂਰ ਹੋਏ, ਤੁਹਾਨੂੰ ਮੁਯੱਸਰ ਨਾ ਹੋਏ। ਪਰ ਇਹ ਹੈ ਵੀ ਤੁਹਾਡੇ ਅੰਦਰ ਉਹਦੇ ਲਈ ਜਗ੍ਹਾ ਹੈ, ਉਹਦੇ ਲਈ ਥਾਂ ਹੈ। ਜਿਵੇਂ ਰਵਿੰਦਰ ਮਸਰੂਰ ਗਜ਼ਲ ਗੋ, ਜਿਨ੍ਹਾਂ ਦੇ ਆਪ ਥੋੜ੍ਹੀ ਬਹੁਤ ਵਾਕਫੀਅਤ ਰੱਖਦੇ ਹੋਵੋਗੇ, ਦਿਲ ਪੀੜ ਤੋਂ ਲੁਕਾ ਕੇ ਨੈਣੀ, ਛੁਪਾ ਕੇ ਪਾਣੀ, ਗੁਜ਼ਰੀ ਦੇ ਪੋਤਿਆਂ ਦੀ ਸੁਣਿਓ ਜਰਾ ਕਹਾਣੀ। ਉਹ ਕਲਮ ਉਹ 'ਚ ਕਿਤੇ ਜ਼ਿਕਰ ਕਰਦਾ ਹੈ, ਕਹਿੰਦਾ ਹੈ ਕਿ ਹੇ ਕਰਤਾਰ, ਮੈਂ ਤੇਰਾ ਜ਼ਿਕਰ ਤੇ ਕਰਦਾ, ਸਿਮਰਨ ਤੇ ਕਰਦਾ, ਤੈਨੂੰ ਯਾਦ ਤੇ ਕਰਦਾ, ਪਰ ਮੇਰੀ ਆਪਣੇ ਆਪ ਨਾਲ ਵੀ ਇੱਕ ਗੱਲ ਆ ਕਿ ਮੈਂ ਆਪਣੇ ਘਰ ਨੂੰ ਤੇਰੇ ਰਹਿਣ ਦੇ ਕਾਬਲ ਬਣਾਵਾਂ, ਤੂੰ ਟੁੱਟ ਕੇ ਮੇਰੇ ਘਰ ਆਵੇਂ ਨਾ ਆਵੇਂ। ਆਉਣ ਦੀ ਮਰਜ਼ੀ ਤੇ ਤੇਰੀ ਹੈ, ਪਰ ਐਟਲੀਸਟ ਕਿਸੇ ਦਿਨ ਤੇਰੀ ਇੱਛਾ ਪੈਦਾ ਹੋਏ ਕਿ ਮੈਂ ਚੱਲ ਤੇਰੇ ਘਰ ਆਉਣਾ ਆ। ਪਰ ਤੂੰ ਜੇ ਮੇਰੇ ਘਰ ਆਵੇਂ, ਮੇਰੇ ਘਰ ਬਹਿਣ ਦੀ ਜਗ੍ਹਾ ਹੀ ਨਾ ਹੋਏ, ਤੇਰੇ ਸੇਜ ਹੀ ਨਾ ਹੋਏ,
ਉੱਥੇ ਕੋਈ ਤਿਆਰੀ ਨਾ ਹੋਏ, ਕੋਈ ਪ੍ਰੈਪਰੇਸ਼ਨ ਹੀ ਨਾ ਹੋਏ, ਫਿਰ ਤੂੰ ਕਿਵੇਂ ਠਹਿਰੇਗਾ? ਤੂੰ ਤੇ ਤੁਰ ਜਾਏਗਾ। ਕਿਉਂਕਿ ਉਹ ਤੇ ਕੰਤ ਜਿਹੜਾ ਆ, ਉੱਤੇ ਜਿਹਨੂੰ ਭਗਤ ਫਰੀਦ ਜੀ ਨੇ ਕਿਹਾ ਸੀਗਾ ਕਿ ਜੇ ਜਾਣਾ ਸ਼ਹੁ ਨੱਡੜਾ ਥੋੜਾ ਮਾਣ ਕਰਿਓ, ਤੇ ਬੜਾ ਨਖਰੇ ਵਾਲਾ ਹੈ, ਬੜਾ ਨਖਰਚੀ ਹੈ, ਉਹ ਤੇ ਨਹੀਂ ਠਹਿਰੇਗਾ। ਸੋ ਇਸ ਕਰਕੇ ਕਿਹਾ ਗਿਆ, ਸੇਜ ਸੁਹਾਵੀ ਸਰਬ ਸੁਖ। ਮੈਂ ਸੇਜ ਅੰਦਰ ਵਿਛਾਉਣੀ ਸ਼ੁਰੂ ਕਰ ਦਿੱਤੀ। ਮੈਂ ਆਪਣੇ ਆਪੇ ਨੂੰ ਅੰਦਰੋਂ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ। ਮੈਂ ਤੁਹਾਡੇ ਸਾਹਮਣੇ ਕੈਮਰੇ ਤੇ ਬੈਠਾ, ਸਟੇਜ ਤੇ ਬੈਠਾ, ਗੁਰਦੁਆਰੇ ਦੀ ਹਜ਼ੂਰੀ 'ਚ ਬੈਠਾ, ਗੁਰੂ ਮਹਾਰਾਜ ਦੀ ਪ੍ਰੈਜ਼ੈਂਸ 'ਚ ਬੈਠਾ। ਮੈਂ ਬੜੇ ਸੋਹਣੇ ਲਫ਼ਜ਼ਾਂ ਦਾ ਇਸਤੇਮਾਲ ਕਰਨ ਦੀ ਟਰਾਈ ਕਰਦਾ ਹਾਂ, ਬੜੇ ਪੋਲਾਈਟ ਵੇ ਦੇ ਨਾਲ, ਬੜੇ ਰਿਸਪੈਕਟਡ ਵੇ ਦੇ ਨਾਲ, ਬੜੇ ਇੱਕ ਸਫਿਸਟੀਕੇਟਡ ਵੇ ਦੇ ਨਾਲ ਆਪਣੀ ਗੱਲਬਾਤ ਕਰਦਾ ਹਾਂ। ਸਭ ਐਫਰਟ ਪਾ ਰਹੇ ਹਾਂ ਸਾਰੇ ਦੀ ਸਾਰੀ। ਇਹ ਮੇਰਾ ਇੱਕ ਬਹਿਰੂਨੀ ਵਿਖਾਵਾ ਆ। ਪਰ ਜੇ ਸਾਰਾ ਕੁਝ ਸਿਰਫ ਮੇਰੇ ਮੂੰਹ ਤੇ ਮੇਰੇ ਲਫ਼ਜ਼ਾਂ 'ਚ ਨਾ ਹੋਏ, ਮੇਰੇ ਹਿਰਦੇ 'ਚ ਆ ਜਾਏ, ਮੇਰੇ ਅੰਦਰੋਂ ਹੀ ਆ ਜਾਏ, ਮੇਰਾ ਅੰਦਰ ਹੀ ਇਸ ਕਿਸਮ ਦਾ ਹੋ ਜਾਏ, ਹੈ ਨਹੀਂ ਕਮਾਲ? ਆਹ ਜਿਹੜੀ ਚੀਜ਼ ਆ, ਕਈ ਵਾਰ ਬਾਹਰੋਂ ਅਸੀਂ ਥੋੜੇ ਬਹੁਤੇ ਸੁਧਰੇ ਹੋਏ ਲੱਗਦੇ ਆ, ਅੰਦਰ ਕੀ ਹੈ? ਸੇਜ ਸੁਹਾਵੀ। ਉਹ ਸੇਜ ਕਿਵੇਂ ਹੈ? ਉਹ ਸੁਹਾਵੀ ਹੈ। ਜੇ ਉਹ ਸੁਹਾਵੀ ਹੈ, ਜੇ ਉਹ ਸੱਜੀ ਹੈ, ਜਿਹਨੂੰ ਕਿਹਾ ਗਿਆ ਭਗਤ ਫਰੀਦ ਜੀ ਨੇ ਕਿ ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਕਹਿੰਦੇ ਬੰਦਾ ਸੱਚਾ ਹੋਏ, ਕੱਚਾ ਨਾ ਹੋਏ। ਕਚਿਆਰਤਾ ਜਿਹੜੀ ਹੈ ਮਾਰਦੀ ਹੈ, ਸਚਿਆਰਤਾ ਬਚਾਉਂਦੀ ਹੈ। ਮਨ ਤੇ ਮੁੱਖ 'ਚ ਫਰਕ ਨਾ ਹੋਏ, ਬਲਕਿ ਹੋਏ ਜੋ ਅੰਦਰ ਹੈ ਉਹੀ ਬਾਹਰ ਹੈ, ਜੋ ਬਾਹਰ ਹੈ ਉਹੀ ਅੰਦਰ ਹੈ। ਸੋ ਇੱਕ ਸਾਰਤਾ, ਇੱਕ ਪੇਜ ਤੇ, ਇੱਕ ਉਸ ਸਕੂਲ ਆਫ ਥਾਟ ਦੇ ਨਾਲ, ਇੱਕ ਰਾਏ ਦੇ ਨਾਲ ਰਵਾਨਗੀ ਹੋ ਜਾਏ, ਲਾਈਟ ਜਿਹੜੀ ਇਸ ਤਰੀਕੇ ਦੇ ਨਾਲ ਅਲਾਇਨ ਹੋ ਜਾਏ ਬੰਦਾ ਉਸ ਰੂਪ ਦੇ ਅੰਦਰ। ਇੱਥੇ ਸਾਹਿਬ ਨੇ ਕਿਹਾ ਸੇਜ ਸੁਹਾਵੀ ਜਦੋਂ ਹੋਈ ਸਰਬ ਸੁਖ। ਸਜੀ ਹੋਈ ਸੇਜਾ ਤੇ ਸਭ ਸੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ। ਅਬ ਦੇਖੋਗੇ ਆ ਮੁਲਕ ਜਿੰਨਾ 'ਚ ਅਸੀਂ ਰਹਿ ਰਹੇ ਹਾਂ, ਅੱਜ ਵੀ -13 -14 ਦੇ ਨੇੜੇ ਟੈਂਪਰੇਚਰ ਸੀਗਾ। ਕਿੰਨਾ ਮਤਲਬ ਚਿੱਲੀ, ਕਿੰਨਾ ਠੰਡ ਆ। ਸਵੇਰ ਤੋਂ ਸ਼ਾਮ ਤੱਕ ਗੈਸ ਦੀ ਭੱਠੀ ਬਲਦੀ, ਘਰ ਨੂੰ ਗਰਮ ਕਰਨ ਵਾਸਤੇ, ਬਿਲਡਿੰਗਾਂ ਨੂੰ ਗਰਮ ਕਰਨ ਵਾਸਤੇ। ਬਾਹਰ ਨਿਕਲਦੇ ਹਾਂ, ਕੋਈ ਪ੍ਰੋਪਰ ਵਾਕ ਕਰਨ ਦਾ ਟਾਈਮ ਨਹੀਂ। ਸਾਲ 'ਚ 6-7 ਮਹੀਨੇ ਇਹੋ ਜਿਹੇ ਲੰਘਦੇ ਸਾਡੇ ਇੱਥੇ। ਇਸ ਤਰੀਕੇ ਦੇ ਨਾਲ ਸਭ ਕੁਛ ਆ। ਆਊਟਸਾਈਡ ਐਕਟੀਵਿਟੀਜ਼ ਜ਼ੀਰੋ ਹੋ ਜਾਂਦੀਆਂ। ਠੰਡ ਕਰਕੇ ਟਰਬਲਸ ਵੀ ਕਾਫੀ ਆਉਂਦੀਆਂ ਲੋਕਾਂ ਨੂੰ। ਸਕਿਨ ਪ੍ਰੋਬਲਮਸ ਨੇ, ਤੁਸੀਂ ਦੇਖਦੇ ਹੋ ਕਿੰਨੇ ਲੈਵਲ 'ਤੇ ਡਿਫਰੈਂਟ ਵੇ ਐਗਜ਼ੀਮਾ ਵਗੈਰਾ ਹੁੰਦਾ ਆ, ਜੋੜਾਂ ਦੀਆਂ ਪੀੜਾਂ ਹੁੰਦੀਆਂ, ਅਰਥਰਾਈਟਸ 'ਤੇ ਬੜੀ ਜਲਦੀ ਸਟਰਾਈਕ ਕਰਦਾ। ਹੋਰ ਵੀ ਬਹੁਤ ਸਾਰੇ ਇਸ਼ੂਜ਼ ਇੱਥੇ ਆਮ ਕਰਕੇ ਮਿਲ ਜਾਂਦੇ। ਪਰ ਫਿਰ ਵੀ ਦੁਨੀਆ ਇੱਥੇ ਆਉਣ ਵਾਸਤੇ ਉਤਾਤੁਰ ਹੋਈ ਹੈ। ਕਾਰਨ ਕੀ ਹੈ? ਇੱਕ ਸੇਜਾ ਸਜਾਈ ਹੈ, ਇੱਕ ਸੋਸ਼ਲ, ਇੱਕ ਪੋਲੀਟੀਕਲ, ਇੱਕ ਲਾ ਐਂਡ ਆਰਡਰ ਦੇ ਰੂਪ ਦੇ ਵਿੱਚ ਇੱਕ এনवायरमेंट ਬਿਲਡ ਕੀਤਾ ਆ। ਸਭ ਸੁੱਖ ਆਪਣੇ ਆਪ ਤੁਰੇ ਲੱਗੇ ਆਉਂਦੇ ਨੇ, ਤੁਰੇ ਲੱਗੇ ਆਉਂਦੇ ਨੇ, ਤੁਰੇ ਲੱਗੇ ਆਉਂਦੇ ਨੇ। ਇੱਥੋਂ ਹੀ ਮਿਸਾਲ ਲੈ ਲਈ ਜਾਏ, ਜੀਵਨ ਦੇ ਵਿੱਚ ਗੁਣ ਗ੍ਰਹਿਣ ਕਰੋ, ਕਿਸੇ ਡਿਸਿਪਲਿਨ ਨੂੰ ਫੋਲੋ ਕਰੋ। ਕੋਈ ਧਰਤੀ ਦਾ ਸੁੱਖ ਤੁਹਾਡੇ ਤੋਂ ਦੂਰ ਨਹੀਂ ਗਾ। ਜਿਹੜੇ ਲੋਕ ਡਿਸਿਪਲਿਨ ਫੋਲੋ ਕਰਦੇ ਨੇ, ਸਿੱਖੀ ਡਿਸਿਪਲਿਨ ਦਾ ਨਾਂ ਹੈ। ਕਿਰਤ ਕਰਨੀ, ਐਫਰਟਫੁਲ ਹੋਣਾ, ਯਤਨ ਕਰਨਾ, ਹਾਰਡ ਵਰਕਰ ਹੋਣਾ, ਓਨੈਸਟ ਅਰਨਰ ਹੋਣਾ, ਯਤਨਸ਼ੀਲਤਾ ਪਾਉਣੀ। ਕਿਵੇਂ ਸੁੱਖ ਨਹੀਂ ਆਏਗਾ, ਕਿਵੇਂ ਪ੍ਰੋਸਪੈਰਿਟੀ ਨਹੀਂ ਆਏਗੀ। ਫਿਰ ਇਕੱਲਾ ਹੀ ਨਹੀਂ, ਨਾਮ ਜਪੋ, ਇਮਾਨਦਾਰੀ ਨਾਲ ਆਪਣੇ ਆਪ ਨੂੰ ਉਸ ਮੈਡੀਟੇਸ਼ਨ ਵਿੱਚ ਲਗਾਓ, ਰੱਬੀ ਯਾਦ ਵਿੱਚ ਲਗਾਓ, ਰੱਬ ਦੇ ਭੈ ਵਿੱਚ ਰਹੋ। ਕਿਵੇਂ ਨਹੀਂ ਜ਼ਿੰਦਗੀ ਦੇ ਵਿੱਚ ਅੱਛਾਈਆਂ ਆਉਣਗੀਆਂ, ਬੁਰਾਪਨ ਭੱਜੇਗਾ। ਵੰਡ ਕੇ ਛਕੋ। ਲੋੜਵੰਦ ਨੂੰ ਵੇਖ ਕੇ ਤੁਹਾਡਾ ਦਿਲ ਪਸੀਜੇ, ਅੰਦਰ ਦਰਦ ਪੈਦਾ ਹੋ ਜਾਏ। ਕਿੱਡੀ ਵੱਡੀ ਚੀਜ਼ ਆ। ਬੰਦਾ ਕਿਸੇ ਦੇ ਦਰਦ ਨੂੰ ਸਮਝਦਾ। ਮੈਂ ਐਂਪਥੀ ਦੀ ਗੱਲ ਕਰ ਰਿਹਾ ਸੀਗਾ, ਕੰਪੈਸ਼ਨ ਦੀ ਗੱਲ ਬਾਣੀ ਕਹਿੰਦੀ ਹੈ। ਸੋ ਇਹ ਹੈ, ਇਹ ਸੁੱਖ ਆ। ਕਿਸੇ ਦਾ ਦਰਦ ਵੰਡਾਇਆ, ਬੰਦੇ ਦੇ ਆਪਣੇ ਦਰਦ ਆਫੂਰ ਹੋ ਖਤਮ ਹੋ ਜਾਂਦੇ। ਕਿਸੇ ਦੇ ਸੁੱਖ ਨੂੰ ਵੇਖ ਕੇ ਹੱਸਣਾ, ਮੁਸਕਰਾਉਣਾ, ਉਹਦਾ ਭਲਾ ਮੰਗਣਾ, ਉਹਦੇ ਵਿੱਚ ਸ਼ਮੂਲੀਅਤ ਪਾਉਣੀ, ਈਰਖਾ ਨਾ ਕਰਨੀ, ਦੁਆਖ ਨਾ ਕਰਨਾ, ਚੜ੍ਹਦੀ ਕਲਾ ਦਾ ਸਿੰਬਲ ਆ। ਸਰਬ ਸੁੱਖ, ਸਾਰੇ ਸੁੱਖ ਆ ਗਏ। ਹੋਰ ਸੁੱਖ ਕਿੱਥੇ ਨੇ? ਕੰਫਰਟ ਇਕੱਲਾ ਸੁੱਖ ਨਹੀਂ ਦਿੰਦਾ। ਕੰਫਰਟ ਤੇ ਕਈ ਵਾਰ ਬੰਦੇ ਨੂੰ ਬਹੁਤ ਬੌਦਰ ਕਰਦਾ, ਬੜਾ ਤੰਗ ਕਰਦਾ ਹੈ।
ਬਹੁਤੇ ਕੰਫਰਟ ਵਿੱਚ ਰਹਿਣ ਵਾਲੇ ਲੋਕ ਤੰਗ ਹੋ ਜਾਂਦੇ, ਮੈਂਟਲੀ ਸਪਿਰਿਚੁਅਲੀ ਉਹ ਨਹੀਂ ਜੀ ਪਾਉਂਦੇ, ਉਹਨਾਂ ਨੂੰ ਸਫੋਕੇਸ਼ਨ ਹੁੰਦੀ ਹੈ। ਇੱਥੇ ਸਾਹਿਬ ਨੇ ਕਿਹਾ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੀ ਜਾਏ। ਜਦੋਂ ਸਾਰੀ ਜਗ੍ਹਾ ਹੀ ਉਹਨਾਂ ਖਿਆਲਾਂ, ਸੋਚਾਂ, ਵਿਚਾਰਾਂ, ਗੁਣਾਂ ਨਾਲ ਭਰ ਗਈ, ਦੁੱਖ ਆਉਣ ਵੀ ਗੇੜਾ ਦੇਣ ਵਾਸਤੇ, ਘਰ ਫੇਰਾ ਪਾਉਣ ਲਈ ਮੇਰੇ, ਉਹਨਾਂ ਲਈ ਥਾਂ ਹੀ ਨਹੀਂ ਬਹਿਣ ਵਾਸਤੇ, ਉਹ ਬਹਿਣਗੇ ਹੀ ਨਹੀਂ। ਕਿੰਨੀ ਦੇਰ ਖੜਨਗੇ, ਪੈਰਾਂ ਤੇ ਚਲੇ ਜਾਣਗੇ। ਦੁੱਖਾਂ ਨਾ ਹੀ ਜਾਏ, ਕਿਆ ਮੈਟਾਫੋਰ ਸਿਰਜਿਆ ਗੁਰੂ ਸਾਹਿਬ ਨੇ। ਜਿਹਨੂੰ ਇਹ ਲੱਗਦਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ, ਕਲੇਸ਼, ਕਲਹ, ਤਕਲੀਫ, ਵੇਦਨ, ਸ਼ਿਕਾਇਤਾਂ, ਇਹਨਾਂ ਤੋਂ ਬਿਨਾਂ ਕੁਝ ਟਿਕਦਾ ਹੀ ਨਹੀਂ, ਇਹਦਾ ਮਤਲਬ that individual has to work toward his or her emotions, have to pay attention what kind of thought process is going on inside। ਕਿਤੇ ਐਸਾ ਤੇ ਨਹੀਂ ਕਿਤੇ ਉਹ ਚੰਗੀ ਚੀਜ਼ ਅੰਦਰ ਕਿਤੇ ਪਾਈ ਨਹੀਂ, ਉਸ ਗੁਣ ਵਾਲੇ ਸ਼ਬਦਾਂ ਨੂੰ, ਲਫ਼ਜ਼ਾਂ, ਅਲਫਾਜ਼ਾਂ, ਹਰਫਾਂ, ਵਿਸ਼ਵਾਸਾਂ ਨੂੰ ਕਿਤੇ ਥਾਂ ਹੀ ਨਹੀਂ ਦਿੱਤੀ। ਤੇ ਜਦੋਂ ਜਗ੍ਹਾ ਹੀ ਨਹੀਂ ਦਿੱਤੀ ਪਾਈ, ਉਹਨਾਂ ਦੇ ਸਦਕਾ ਹੀ ਤੇ ਸੁੱਖ ਪੈਦਾ ਹੋਣੇ ਸੀ। ਕੋਈ ਬੀਜ ਨਹੀਂ ਬੀਜੇ, ਜਿਹਨੂੰ ਕਿਹਾ ਧਰਤ ਕਾਇਆ ਸਾਧਕ ਹੈ ਵਿੱਚ ਦੇ ਕਰਤਾ ਬੀਓ। ਇੱਥੇ ਸਾਹਿਬ ਨੇ ਕਿਹਾ ਜਿਨ੍ਹਾਂ ਨੇ ਬੀਜ ਲਿਆ ਨਾ, ਤੁਸੀਂ ਜਦੋਂ ਸਮਰ ਟਾਈਮ ਹੁੰਦਾ ਲੌਨ ਕੇਅਰ ਕਰਦੇ ਹੋ, ਤੇ ਜੇ ਐਕਸਪਰਟ ਲੋਕ ਹੁਣ ਉਹ ਕਹਿੰਦੇ ਨੇ ਜਿਹੜਾ ਲੋਨ ਆ ਤੁਹਾਡਾ, ਉਹਦੇ ਉੱਤੇ ਤੁਸੀਂ ਵੱਧ ਤੋਂ ਵੱਧ ਖੁਰਾਕ ਪਾਓ, ਬੀਜ ਪਾਓ, ਇਹ ਚੀਜ਼ਾਂ ਲਗਾਤਾਰ। ਉੱਥੇ ਕਿਸੇ ਪੈਸਟ ਨੇ ਆਉਣਾ ਹੀ ਨਹੀਂਗਾ। ਕਿਉਂ? ਕਿਉਂਕਿ ਜੇ ਜਗ੍ਹਾ ਹੀ ਨਹੀਂ ਬਚੇਗੀ ਵਿੱਚ ਉੱਗਣ ਦੀ, ਤੇ ਜਦੋਂ ਉਹਦੇ ਵਾਸਤੇ ਸਪੇਸ ਹੀ ਨਹੀਂ ਹੈਗਾ, ਉਹ ਕਿਵੇਂ ਗਰੋ ਕਰੇਗਾ? ਜਦੋਂ ਦੁੱਖਾਂ ਲਈ ਅੰਦਰ ਜਗ੍ਹਾ ਹੀ ਨਹੀਂ ਬਚੇਗੀ, ਦੁੱਖ ਗਰੋ ਨਹੀਂ ਕਰਨਗੇ। ਇੱਥੇ ਸਾਹਿਬ ਨੇ ਕਿਹਾ ਦੁੱਖਾਂ ਨਾ ਹੀ ਜਾਏ, ਫਿਰ ਉਹਨਾਂ ਲਈ ਜਗ੍ਹਾ ਨਾ ਬਚੀ। ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਜਦੋਂ ਵਾਰੀ ਹਰ ਰਾਏ ਆ ਗਿਆ, ਇੱਛ ਪੁੰਨੀ, ਇੰਝ ਲੱਗਾ ਜਿਵੇਂ ਇੱਛਾਵਾਂ ਤੇ ਪੁੱਗਦੀਆਂ ਲੱਗੀਆਂ ਜਾ ਰਹੀਆਂ ਨੇ, ਕੋਈ ਇੱਛਾ ਅਧੂਰੀ ਰਹਿ ਹੀ ਨਹੀਂ ਗਈ। ਸੰਪੂਰਨ ਨੂੰ ਮਿਲ ਕੇ ਬੰਦੇ ਦੀ ਸੰਪੂਰਨਤਾ ਲਾਜ਼ਮੀ ਹੈ। ਅਦਰਵਾਈਜ਼ ਖਾਸ਼ਾਂ ਦੇ ਮੰਡਲ ਦੇ ਵਿੱਚ ਘਿਰਿਆ ਹੋਇਆ ਬੰਦਾ, ਤੇ ਕਈ ਵਾਰੀ ਵੀ ਸੋਚਦੇ ਹਾਂ ਅਸੀਂ ਕਿ ਜਿਹੜੀਆਂ ਖਾਸ਼ਾਂ ਨੇ ਇਹ ਪੁੱਗ ਜਾਣ, ਸਾਰੀਆਂ ਪੂਰੀਆਂ ਹੋ ਜਾਣ, ਤੇ ਫਿਰ ਜਾ ਕੇ ਸ਼ਾਂਤੀ ਮਿਲਦੀ ਹੈ। ਸੱਚਾਈ ਇਹ ਹੈ ਜਿੰਨੀਆਂ ਖਾਸ਼ਾਂ ਪੂਰੀਆਂ ਹੁੰਦੀਆਂ ਨੇ ਉਤਨੀਆਂ ਹੋਰ ਵੱਧਦੀਆਂ ਨੇ। ਇਸੇ ਕਰਕੇ ਸਾਹਿਬ ਨੇ ਕਿਹਾ ਆਸਾ ਮਨਸਾ ਸਗਲ ਤੇ ਆਗੈ ਜਗ ਤੇ ਰਹਿ ਨਿਰਾਸਾ। ਜਿੰਨੀਆਂ ਐਕਸਪੈਕਟੇਸ਼ਨਸ ਲੋ ਕਰਦੇ ਜਾਓਗੇ ਉਨੇ ਸਰਪ੍ਰਾਈਜ਼ ਵਧਣਗੇ ਜ਼ਿੰਦਗੀ ਦੇ ਵਿੱਚ। ਜਿਹਦੀ ਐਕਸਪੈਕਟੇਸ਼ਨਸ ਨਹੀਂ ਸੀ ਕੀਤੀ ਉਹ ਹੋ ਰਿਹਾ, ਖੁਸ਼ੀ ਦੀ ਇੰਤਹਾ ਆ। ਜਿੱਥੇ ਐਕਸਪੈਕਟੇਸ਼ਨਸ ਬਹੁਤ ਆ, ਹੋ ਵੀ ਜਾਏ ਤੇ ਬੰਦਾ ਸੋਚਦਾ ਹਾਂ ਸੋਚਿਆ ਸੀਗਾ ਹੋਏਗਾ, ਕੋਈ ਸਰਪ੍ਰਾਈਜ਼ ਨਹੀਂ, ਕੋਈ ਖੁਸ਼ੀ ਨਹੀਂ। ਖੁਸ਼ੀ ਤੇ ਉੱਥੇ ਹੈ ਜਿੱਥੇ ਜ਼ੀਰੋ ਐਕਸਪੈਕਟੇਸ਼ਨ ਆ, ਜੋ ਵਾਪਰਦਾ ਹੈ ਉਹਦਾ, ਜਿਹਨੂੰ ਕਿਹਾ ਨਾ ਵੀ ਸਾਹਿਬ ਕਹਿੰਦੇ ਸਾਹਿਬ ਤੁੱਠ ਹੈ ਜੋ ਮਿਲੈ ਨਾਨਕ ਸਾ ਕਰਾਮਾਤ ਹੈ। ਨਾਨਕ ਉਹ ਕਰਾਮਾਤ ਹੀ ਹੈ, ਜੋ ਟੁੱਟ ਕੇ ਦੇ ਰਿਹਾ ਨਾ ਉਹੀ ਕਰਾਮਾਤ ਹੈ। ਮੇਰੇ ਲਈ ਤੇ ਕਰਾਮਾਤ ਹੋ ਗਈ, ਕਮਾਲ ਹੋ ਗਈ, ਇਹ ਤੇ ਆਲਮੀ ਚੀਜ਼ ਹੋ ਗਈ। ਰੀਜ਼ਨ ਕਿਉਂਕਿ ਐਕਸਪੈਕਟੇਸ਼ਨ ਤੇ ਹੈ ਹੀ ਨਹੀਂ ਸੀਗੀ। ਆਸਾ ਮਨਸਾ ਸਗਲ ਤੇ ਆ ਗਿਆ। ਇਹ ਦੁੱਖ ਦਿੰਦੀਆਂ, ਇਹੀ ਪੀੜਾ ਦਿੰਦੀਆਂ। ਤੇ ਕਹਿੰਦੇ ਇੱਛ ਪੁੰਨੀ ਵੱਡ ਭਾਗਣੀ, ਵੱਡੇ ਭਾਗਾਂ ਵਾਲੇ ਹੋ ਗਏ। ਇੱਛਾ ਪੁੱਗ ਗਈਆਂ, ਸੰਤੋਖੀਆਂ ਗਈਆਂ। ਪੋਥੀ ਸੰਤੋਖ ਦੇ ਨਾਲ ਗੰਢ ਬਣ ਲਈ, ਬਾਹਰ ਆ ਗਏ ਉਹਨਾਂ ਤੋਂ ਇਮਾਨਦਾਰੀ ਨਾਲ। ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆਂ ਮੰਗਲ ਗਾਵਹੀਂ। ਮਿਲ ਸਹੀਆਂ, ਸਹੀਆਂ ਸਾਡੇ ਖਾਸ ਕਰਕੇ ਸਾਡੇ ਇੰਦਰੇ ਇਹ ਮਿਲ ਕੇ ਮੰਗਲ ਨਹੀਂ ਗਾਉਂਦੇ। ਅੱਬਲ ਤੇ ਮਿਲਦੇ ਹੀ ਨਹੀਂ ਗਏ। ਜੋ ਅੱਖਾਂ ਵੇਖ ਰਹੀਆਂ ਨੇ, ਸਪੋਜ਼ ਕਰੋ ਬਾਣੀ ਪੜ੍ਹ ਰਹੇ ਹਾਂ, ਮੂੰਹ ਬੋਲਣ ਲਈ ਤਿਆਰ ਨਹੀਂ ਗਾ, ਉਹ ਮਨ ਪਰਸੀਵ ਕਰਨ ਲਈ ਤਿਆਰ ਨਹੀਂ ਗਾ, ਕੰਨ ਸੁਣਨ ਲਈ ਤਿਆਰ ਨਹੀਂ ਗਏ, ਸਰੀਰ ਕਰਨ ਲਈ ਤਿਆਰ ਨਹੀਂ ਗਾ। ਹਾਲਤ ਕੀ ਹੈ? ਜਿਹਨੂੰ ਕਿਹਾ ਜਾਏ ਨਾ, ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਬੜੀ ਡਿਸਟਰਕਟਿਵ ਫੈਮਿਲੀ ਹੈ, ਵੀ ਮਤਲਬ ਇੱਕ ਕਹਿੰਦਾ ਦੂਜਾ ਮੰਨਦਾ ਨਹੀਂ, ਦੂਜਾ ਕਹਿੰਦਾ ਤੀਜਾ ਉਹਨੂੰ ਅਪੋਜ਼ ਕਰਦਾ ਹੈ। ਅਜੀਬ ਤਰ੍ਹਾਂ ਦੀ ਹਾਲਤ ਬਣੀ ਪਈ ਹੈ। ਉੱਥੇ ਕਿਵੇਂ ਕੋਈ ਮਤਲਬ ਕੋਈ ਕਿਸੇ ਕਿਸਮ ਦੀ ਕੋਆਪਰੇਸ਼ਨ ਹੈ ਹੀ ਨਹੀਂ, ਕਿਸੇ ਕਿਸਮ ਦਾ ਇੱਕ ਪ੍ਰੋਪਰ ਕੋਹਟ ਬਣ ਹੀ ਨਹੀਂ ਰਿਹਾ। ਉਹਦੇ 'ਚ ਤੇ ਕੋਈ ਚੀਜ਼ ਨਹੀਂ ਬਣ ਸਕਦੀ। ਇਹ ਚੀਜ਼ ਬੰਦੇ ਦੇ ਜੀਵਨ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਹਿਬ ਨੇ ਕਿਹਾ ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਮਿਲ ਸਈਆਂ ਮੰਗਲ ਗਾਵਈ। ਹੁਣ ਗਾਉਂਦੀਆਂ ਨੇ ਗੀਤ ਗੋਬਿੰਦਾ ਲਾਏ, ਰੱਬੀ ਗੀਤਾਂ ਨੂੰ ਆਲਾਪ ਦਾ ਜੀਵਨ। ਹੁਣ ਮੇਰਾ ਅੰਦਰ ਨਗਮੇ ਚੱਲਦੇ ਸੱਚ ਦੇ। ਅਗਲਾ ਬਚਨ ਹੈ ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਗੁਰੂ ਗ੍ਰੰਥ ਸਾਹਿਬ ਇਹ ਕਹਿ ਰਹੇ ਨੇ।
ਉਹਦੀ ਕੋਈ ਉਪਮਾ ਨਹੀਂ ਗੀ। ਕਿਆ ਹਰ ਜਿਹਾ ਅਵਰ ਨਾ ਦਿਸਈ, ਕੋਈ ਦੂਜਾ ਲਵੇ ਨਾ ਲਾਏ, ਕੋਈ ਉਹਦੇ ਨੇੜੇ ਵੀ ਨਹੀਂ। ਮਤਲਬ ਇਸ ਸਾਰੀ ਗੱਲ ਦੀ ਕੋਈ ਰਿਪਲੇਸਮੈਂਟ ਨਹੀਂ ਹੈ। ਦੇयर इज नो ਸਬਸਟੀਟਿਊਟ of this spiritual food. If you really want to feel healthy toward your spiritual life, then just this is the only food you have to take. You have to attain virtues, human virtues, ਗੁਣ। ਉਹਨਾਂ ਗੁਣਾਂ ਨੂੰ ਹੀ ਤੂੰ ਬੀਜੇਗਾ, ਉਹਨਾਂ ਦਾ ਹੀ ਫਲ ਵੱਢੇਗਾ। ਇੱਥੇ ਸਾਹਿਬ ਨੇ ਕਿਹਾ ਕੋਈ ਦੂਜਾ ਲਵੇ ਨਾ ਲਾਏ, ਹਲਤ ਪਲਤ ਸਵਾਰੀਆਂ ਨਿਹਚਲ ਦਿੱਤੀਆਂ ਨਾ ਜਾਏ। ਫਿਰ ਐਸੀ ਨਿਹਚਲ ਜਗ੍ਹਾ ਮਿਲ ਗਈ, ਹਲਤ ਪਲਤ, ਲੋਕ ਪਰਲੋਕ। ਇਹ ਲੋਕ ਤੇ ਸਵਰੇਗਾ ਹੀ, ਦੁਨੀ ਤੇ ਸਵਰੇਗੀ, ਦੀਨ ਵੀ ਸਵਰੇਗਾ। ਇਹ ਹਾਲਾਤ ਤੇ ਸੁਧਰਨਗੇ, ਜੋ ਪਲਤ ਪਰਲੋਕ ਹੈ ਉਹ ਵੀ ਸੁਧਰੇਗਾ। ਉਹਦੀ ਬਾਤ ਹੋ ਰਹੀ ਹੈ। ਸੰਸਾਰ ਸਾਗਰ ਤੇ ਰੱਖਿਆ ਨ ਬਹੁੜ ਨਾ ਜਨਮੈ ਤਾ। ਇਹ ਸੰਸਾਰ ਭਵ ਸਾਗਰ ਹੈ, ਪੋਸੀਬਿਲਿਟੀ ਹੈ ਡੁੱਬਣ ਦੀ ਬੰਦੇ ਦੀ। ਪਰ ਜਦੋਂ ਇਹੋ ਜਿਹੀ ਨਾਵ, ਇਹੋ ਜਿਹਾ ਬੇੜਾ, ਜਿਹਨੂੰ ਕਿਹਾ ਨਾ ਵੀ ਸਭ ਜ਼ਿਕਰ ਕਰਦੇ ਕਿ ਜੋ ਮੰਦਰ ਕੋ ਥਾਮੈ ਤਮਨ ਗੁਰ ਕਾ ਸ਼ਬਦ ਮਨੈ ਅਸਥਮਨ, ਜੋ ਪਾਖਾਨ ਨਾਵ ਚੜ ਤਰੈ, ਪੱਥਰ ਬੇੜੀ ਰੱਖੋ ਤਰ ਜਾਂਦਾ ਹੈ। ਬਿਨਾਂ ਸ਼ੱਕ ਜਿੰਨੇ ਮਰਜ਼ੀ ਖਾਮੀਆਂ ਕਮੀਆਂ ਤੇ ਪੋਸੀਬਿਲਿਟੀਜ਼ ਹੋਣ ਜੀਵਨ ਬਰਬਾਦੀ ਦੀਆਂ, ਪਰ ਜਦੋਂ ਕਿਤੇ ਇਹੋ ਜਿਹਾ ਸਹਾਰਾ ਸ਼ਬਦ ਦਾ, ਗੁਰੂ ਦਾ, ਸੱਚੇ ਰਾਹ ਦਾ ਆ, ਸਭ ਕਹਿੰਦੇ ਸੰਸਾਰ ਸਾਗਰ ਤੇ ਰੱਖਿਆ ਬਹੁੜ ਨਾ ਜਨਮੈ ਤਾਏ। ਫਿਰ ਜਨਮਾਂ ਜਨਮਾਂਤਰਾਂ ਦੇ ਗੇੜ ਵੀ ਕੱਟੇ ਜਾਂਦੇ। ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ। ਬਾਕੀ ਇਸ ਰਾਹ ਦੀਆਂ ਤੇ ਇਸ ਰਾਹ ਦੇ ਉੱਤੇ ਲਿਜਾਣ ਵਾਲੀ ਸੋ ਸ਼ਕਤੀ ਦੀਆਂ, ਕਰਤਾਰ ਦੀਆਂ ਵਡਿਆਈਆਂ ਗੁਣ ਜ਼ਬਾਂ ਬਾਹਰੇ ਨੇ। ਜ਼ਬਾਂ ਕਿੱਥੇ ਬਿਆਨ ਕਰ ਸਕਦੀ ਹੈ? ਜਿਹਵਾ ਏਕ ਅਨੇਕ ਗੁਣ, ਕੱਲੀ ਜੀਵਾ ਏਕ ਜੀ ਕਿਆ ਬਖਾਣਾ ਹਉ ਕੇ ਬਲ 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 ਸਦ ਬਲ ਜਾਈ। ਭੱਟ ਸਾਹਿਬਾਨ, ਇਹ ਜੀਵਾ ਕਿਵੇਂ ਬਖਾਣੇ ਤੇਰੀਆਂ ਵਡਿਆਈਆਂ, ਤੇਰੀਆਂ ਖੂਬੀਆਂ ਨੂੰ, ਖਾਸੀਅਤਾਂ ਨੂੰ। ਜੀਵਾ ਏਕ ਅਨੇਕ ਗੁਣ, ਤੇਰੇ ਗੁਣ ਬੇਅੰਤ ਨੇ, ਅਨਕਾਊਂਟੇਬਲ। ਈਵਨ ਨੋ ਵਨ ਹੈਜ਼ ਐਬਿਲਿਟੀ ਟੂ ਕਾਊਂਟ the whole blessings, the whole virtues of Almighty Akal Purkh Vaheguru. Vaheguru Ji, I don't have that much ability to explain completely to you, but one thing is totally clear. Jiva ek ane gun tare nanak charani pae. ਜਿਨ੍ਹਾਂ ਨੇ ਤੇਰੇ ਚਰਨ ਫੜ ਲਵੇ ਉਹ ਤਰ ਗਏ, ਉਹਨਾਂ ਦਾ ਕਲਿਆਣ ਹੋ ਗਿਆ। ਫਲਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਉਹਨੂੰ ਕਿਉਂ ਨਹੀਂ ਸਲਾਉਂਦੇ ਜਿਹਨੂੰ ਤਮਾ ਹੈ ਹੀ ਨਹੀਂ? Sometime people who claim that we are atheist, they say what kind of belief system these believers have, and what kind of God's presentation they always give us, that we should pray God. So God is hungry of His praise. Wow. So that mean that God is kind of like the humans which are seeking for some kind of praise all the time, and they are full with ego and egotist kind of behavior. Here Maharaj is completely giving us clear thought. You should praise to Vaheguru. You should have sort of good words toward that Almighty Akal Purkh Vaheguru. But these praises are not for Vaheguru Ji. These praises are for your betterment, because in that way you are using good words to actually get your development, your betterment, your spiritual betterment, by getting this help of those proper words, those actually good words, those good phrases. So ਇਹ ਰੂਪ ਆਇਆ। ਬਾਕੀ ਉਹਨੂੰ ਤੇ ਕੋਈ ਭੁੱਖ ਨਹੀਂ, ਉਹ ਤੇ ਹਰ ਚੀਜ਼ ਤੋਂ ਉਪਰਾਮ ਉੱਪਰ ਹੈ। ਉਹਨੂੰ ਸਾਹਿਬ ਨੇ ਕਿਹਾ ਤਿਲ ਨਾ ਤਮਾਏ। ਅਗਲਾ ਪਦ ਦੀ ਅਖਰੀ ਅਰਥ ਕਰ ਦੇਣਾ ਜਲਦੀ ਜਲਦੀ, ਕਿਉਂਕਿ ਲਾਸਟ ਪਦ ਹੈ। ਜਿਹਨੇ ਜਿਹਨੇ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਸਰੇ ਹੁੰਦਾ ਪੂਰੇ ਹੋ ਜਾਣੇ, ਸਰ ਜਾਣੇ। ਜਿੰਨੇ ਵੀ ਨਾਮ ਨੂੰ ਧਿਆਇਆ ਉਹਦੇ ਕਾਰਜ ਜੀਵਨ ਦੇ ਵਿੱਚ ਹਰ ਤਰ੍ਹਾਂ ਦੀ ਅਧੂਰਤਾ ਜਿਹੜੀ ਹੈ ਖਤਮ ਹੋ ਗਈ, ਅਧੂਰਾਪਨ ਮੁੱਕ ਗਿਆ ਉਸ ਰੂਪ ਦੇ ਵਿੱਚ। ਹਰ ਗੁਣ ਪੂਰਾ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰੂ ਦੇ ਸਦਕਾ ਉਹਦੀ ਆਰਾਧਨਾ ਕੀਤੀ ਦਰਗਾਹ ਦੇ ਵਿੱਚ, ਮਤਲਬ ਸੱਚ ਦੇ ਤਰੀਕੇ ਨਾਲ ਉਹ ਨਿਤਰੇ ਜਾ ਕੇ ਉਹਨਾਂ ਨੂੰ ਸਨਮਾਨ ਮਿਲਿਆ। ਸਰਬ ਸੁਖਾਂ ਨਿਧ ਚਰਨ ਹਰ ਭਉ ਜਲ ਬਿਖਮ ਤਰੇ। ਬਾਕੀ ਉਹਦਾ ਨਾਮ ਸਭ ਸੁਖਾਂ ਦਾ ਪ੍ਰਤੀਕ ਆ, ਸਭ ਨਿਧਾਂ ਉਹਦੇ ਵਿੱਚ ਨੇ। ਬਿਖਮ ਤੋਂ ਬਿਖਮ ਭਉ ਜਲ ਨੂੰ ਤਾਰਨ ਦੇ ਸਮਰੱਥ ਆ। ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾ ਹੈ ਜਰੇ। ਜਿਨ੍ਹਾਂ ਨੇ ਪ੍ਰੇਮ ਦੀ ਭਗਤੀ ਨੂੰ ਪ੍ਰਾਪਤ ਕਰ ਲਿਆ,
ਉਹ ਫਿਰ ਉਸ ਬਿਖਿਆਦੀ ਰਾਹ ਤੇ ਨਾ ਉਜੜੇ ਨਾ ਜਾ ਕੇ, ਉਹਦੇ ਤੋਂ ਬਚਾਅ ਹੋ ਗਿਆ ਉਹਨਾਂ ਦਾ। ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ। ਕਿਆ ਕਮਾਲ ਹੈ, ਕੂੜ ਨਿਖੁੱਟ ਜਾਏ ਬੰਦੇ ਦੇ ਜੀਵਨ ਵਿੱਚੋਂ, ਦੁਚਤੀ ਡੁਐਲਿਟੀ ਕੰਪਲੀਟਲੀ ਐਲੀਮੀਨੇਟ ਹੋ ਜਾਏ, ਪੂਰਨ ਸੱਚ ਭਰੇ, ਬਾਕੀ ਪਿੱਛੇ ਕੀ ਬਚੇਗਾ। ਇਫ actually we are total out of the false and lie of our lives of our life, if we are totally out of some sort of duality, dilemma from our actually ourselves, then what actually is gonna be there? ਉੱਥੇ ਹੋਏਗਾ ਕੀ ਫਿਰ? ਉੱਥੇ ਸਿਰਫ ਸੱਚ ਹੋਏਗਾ। ਉੱਥੇ ਸਾਹਿਬ ਕਹਿੰਦੇ ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ। ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਗਿਆ ਉਹ ਹਮੇਸ਼ਾ ਪਾਰ ਬ੍ਰਹਮ ਨੂੰ ਸੇਵਦੇ, ਕਿਉਂਕਿ ਮਨ ਅੰਦਰ ਏਕ ਧਰੇ। ਦੂਜੇ ਦੀ ਜਗ੍ਹਾ ਹੀ ਨਹੀਂ, ਦੂਜੀ ਨਾ ਹੀ ਜਾਏ ਜਿਹਦੀ ਬਾਤ ਹੋ ਰਹੀ ਸੀ। ਮਹਾ ਦਿਵਸ ਮੂਰਤ ਭਲੇ। ਅਖੀਰ ਸਾਰੀ ਬਾਤ ਨੂੰ ਕਨਕਲੂਡ ਕਰਦੇ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਸਾਰੀ ਰਚਨਾ ਕਿਸੇ ਖਾਸ ਮਹੀਨੇ, ਕਿਸੇ ਖਾਸ ਦਿਨ, ਕਿਸੇ ਖਾਸ ਮਹੂਰਤ ਨੂੰ ਭਲਾ ਦੱਸਣ ਵਾਸਤੇ ਨਹੀਂ। ਇਹ ਸਾਰੀ ਰਚਨਾ ਦਾ ਤਸੱਵੁਰ, ਸਾਰੀ ਰਚਨਾ ਦਾ ਪਰਪਸ, ਜਿਹੜਾ ਐਂਡ ਗੋਲ ਆ, ਉਹ ਪਤਾ ਕੀ ਹੈ? ਮਹਾ ਦਿਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ। ਕਰਤਾਰੀ ਨਦਰ ਦੇ ਪਾਤਰ ਬਣਨਾ, ਕਿਉਂਕਿ ਉਹ ਹੀ ਭਲਾ ਕਰੇਗਾ ਤੁਹਾਡਾ। ਹਰ ਘੜੀ, ਹਰ ਪਲ, ਹਰ ਮਹੀਨਾ, ਹਰ ਦਿਨ ਭਲਾ ਆ ਜੇ ਉਹਦੀ ਯਾਦ ਵਿੱਚ ਆ। ਤੇ ਇਸ ਜ਼ਿਕਰ ਐਸੀ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਮ। ਕਿਰਪਾ ਉਹ ਨਦਰ, ਉਹਦੀ ਬਾਤ ਹੋਈ ਹੈ। ਅੰਤਲੀ ਲਾਈਨ ਹੈ, ਨਾਨਕ ਮੰਗੈ ਦਰਸਤਾਨ ਕਿਰਪਾ ਕਰੋ ਹਰੇ। ਇਹ ਤਰਸਦੇ ਕਰ ਮੈਨੂੰ ਵੀ ਨਵਾਜੀ ਆਪਣਾ ਦੀਦਾਰ ਦਰਸ਼ਨ ਦੇ। ਦਰਸ਼ਨ ਦਾ ਮਤਲਬ ਇਹ ਹੈ ਤੇਰੀ ਆਭਾ ਮੰਡਤ ਹੋਏ ਮੇਰੀ ਨਜ਼ਰਾਂ 'ਤੇ, ਮੇਰੀ ਸੁਰਤ 'ਚ, ਮੇਰੇ ਖਿਆਲਾਂ 'ਚ, ਮੇਰੇ ਜੀਵਨ ਦੇ ਵਿੱਚ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆ 'ਚ ਸਾਨੂੰ ਚੰਗੇਰੀ ਪ੍ਰੇਰਨਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਵੈਸੇ ਤੇ ਉਹ ਲੋਕਡਾਊਨ ਦੀਆਂ ਰਿਸਟ੍ਰਿਕਸ਼ਨਸ ਤੇ ਚੱਲ ਰਹੀਆਂ ਨੇ, ਪਰ ਵੈਰੀ ਸੂਨ ਦੇ ਗੋਨਾ ਈਜ਼ ਦੈਮ ਡਾਊਨ। ਬਟ ਐਟ ਦ ਸੇਮ ਟਾਈਮ ਗੁਰਦੁਆਰਾ ਸਾਹਿਬ ਜਿਵੇਂ ਅਸੀਂ ਰੋਜ਼ ਬੇਨਤੀ ਕਰਦੇ ਹਾਂ, ਓਪਨ ਨੇ, ਤੁਸੀਂ ਆਓ, ਨਤਮਸਤਕ ਹੋਵੋ। ਇੱਕ ਸਮੇਂ ਦੇ ਵਿੱਚ ਜਿੰਨਾ ਉਹਨਾਂ ਨੇ ਕੋਵਿਡ ਦੀਆਂ ਇੰਸਟਰਕਸ਼ਨ ਦੇ ਅੰਦਰ ਅਲਾਓ ਕੀਤਾ, ਉਸ ਤਰੀਕੇ ਨਾਲ ਇੱਥੇ ਅਲਾਓ ਹੈਗਾ ਆ। ਆਪ ਨਤਮਸਤਕ ਹੋਵੋ, ਅਸੀਸ ਪ੍ਰਾਪਤ ਕਰੋ ਜੇ ਤੁਸੀਂ ਚਾਹ ਰਹੇ ਹੋ ਕਿਸੇ, ਕਿਉਂਕਿ ਅੱਜ ਕੱਲ੍ਹ ਸਾਰੀ ਆਊਟਿੰਗ ਵਗੈਰਾ ਬੰਦ ਆ, ਪਰ ਗੁਰਦੁਆਰਾ ਸਾਹਿਬ ਤੁਸੀਂ ਆ ਸਕਦੇ ਹੋ। ਹਾਂ, ਜੋ ਤੁਸੀਂ ਕਥਾ ਕੀਰਤਨ ਸਰਵਣ ਕਰਨਾ ਹੈ ਵਰਚੁਅਲ ਹੈਗਾ, ਇਹ ਤੁਹਾਨੂੰ ਉੱਥੇ ਸਰਵਣ ਕਰਨਾ ਪੜੇਗਾ, ਪਰ ਤੁਸੀਂ ਆ ਕੇ ਨਤਮਸਤਕ ਹੋ ਸਕਦੇ ਹੋ ਇੱਥੇ ਆ ਕੇ ਓਪਨ ਹਾਊਸ ਰੂਪ ਦੇ ਵਿੱਚ। ਇੱਕ ਵਾਰ ਫਿਰ ਰੋਈ ਦੀ ਤਰ੍ਹਾਂ ਉਹਨਾਂ ਕਿਸਾਨ ਮਾਈ ਭਾਈ ਦੇ ਵਾਸਤੇ ਉਹਨਾਂ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਦੇ ਨਾਲ ਸਮਾਪਤੀ ਕਰਦੇ ਹਾਂ। ਅਗਲਾ ਪ੍ਰੋਗਰਾਮ ਸਿਮਰਨ ਦਾ, ਵੀਰ ਜੀ ਆ ਗਏ ਤੁਹਾਡੀ ਸੇਵਾ ਕਰਨਗੇ। ਮੈਨੂੰ ਇੱਥੇ ਇਜਾਜ਼ਤ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।